ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਤੁਹਾਡੇ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਦੋਸਤ ਕੁਲਦੀਪ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸੋ ਅੱਜ ਜਿਹੜੇ ਸਟੱਡੀ ਵੀਜ਼ਾ ਐਕਸਪਰਟ ਨੂੰ ਬੁਲਾਇਆ ਗਿਆ ਉਹਨੇ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਤੋਂ ਜਤਿੰਦਰ ਜੀ, ਪਹਿਲਾਂ ਸਵਾਗਤ ਕਰਦੀ। ਉਸ ਤੋਂ ਬਾਅਦ ਜਿਹੜਾ ਸਟੱਡੀ ਵੀਜ਼ਾ ਦੇ ਬਾਰੇ ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਕੁਲਦੀਪ ਜੀ। ਸੋ ਕਾਫੀ ਸਵਾਲ ਜਿਹੜੇ ਦਰਸ਼ਕਾਂ ਦੇ ਸਾਡੇ ਕੋਲ ਪਹੁੰਚਦੇ ਨੇ, ਕਾਫੀ ਮੇਰੇ ਵੀ ਸਵਾਲ ਰਹਿੰਦੇ ਨੇ, ਕਾਫੀ ਅਪਡੇਟਸ ਰਹਿੰਦੀਆਂ ਨੇ। ਸਮਾਂ ਲਿਮਿਟਡ ਹੁੰਦਾ, ਸਾਰੀਆਂ ਚੀਜ਼ਾਂ ਦੇ ਉੱਤੇ ਡਿਟੇਲ ਦੇ ਵਿੱਚ ਚਰਚਾ ਕਈ ਵਾਰ ਨਹੀਂ ਕਰ ਪਾਉਂਦੇ, ਇਸੇ ਲਈ ਨੰਬਰ ਦਿਖਾਇਆ ਜਾਂਦਾ ਵੀ ਤੁਸੀਂ ਫੋਨ ਕਰਕੇ ਗੱਲਬਾਤ ਕਰਕੇ ਆਪਣੀ ਪ੍ਰੋਫਾਈਲ ਦੇ ਬਾਰੇ ਜਿਹੜਾ ਡੀਪਲੀ ਜਿਹੜਾ ਡਿਸਕਸ ਕਰ ਸਕੋ। ਸੋ ਐਕਸਪਰਟਸ ਦੀ ਟੀਮ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਨੰਬਰ ਦਿਖਾਇਆ ਜਾ ਰਿਹਾ। ਕਿਸੇ ਕਾਰਨ ਕਰਕੇ ਅੱਜ ਲਾਈਵ ਨਹੀਂ ਕਰ ਪਾਏ, ਲਾਈਵ ਪ੍ਰੋਗਰਾਮ ਕਰਦੇ ਨਹੀਂ ਤਾਂ ਹਰ ਵਾਰ, ਪਰ ਫਿਰ ਵੀ ਤੁਸੀਂ ਐਕਸਪਰਟਸ ਦੇ ਨਾਲ ਗੱਲ ਕਰਨ ਲਈ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਯੂਕੇ ਤੋਂ ਸ਼ੁਰੂ ਕਰਾਂਗਾ। ਸੈਪਟੰਬਰ ਇਨਟੇਕ ਦੇ ਲਈ ਅਜੇ ਵੀ ਬੱਚਾ ਅਪਲਾਈ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ? ਕੁਲਦੀਪ ਜੀ, ਹੁਣ ਜੇ ਮੈਂ ਗੱਲ ਕਰਾਂ, ਲਾਸਟ ਸ਼ੋ 'ਚ ਆਪਾਂ ਗੱਲ ਕੀਤੀ ਸੀ 2-4 ਦਿਨ ਦੀ, ਸੋ ਓਵਰ ਹੋ ਚੁੱਕਾ ਆਲਮੋਸਟ ਸਤੰਬਰ ਇਨਟੇਕ। ਬਟ ਫਿਰ ਵੀ ਕੁਝ ਇੱਕ ਯੂਨੀਵਰਸਿਟੀਆਂ ਹੈਗੀਆਂ ਜਿਨ੍ਹਾਂ 'ਚ ਕੋਈ ਸੀਟਾਂ ਬਾਕੀ ਨੇ, ਕੁਝ ਏਰੀਆਜ਼ ਇੱਦਾਂ ਦੇ ਬਚੇ ਨੇ ਤੇ ਸੀਟਾਂ ਬਾਕੀ ਨੇ, ਕਿਉਂਕਿ ਵਿਦਆਊਟ ਆਇਲਸ ਮੈਨੂੰ ਲੱਗ ਰਿਹਾ ਕਿਤੇ ਨਾ ਕਿਤੇ ਇਹ ਲਾਸਟ ਇਨਟੇਕ ਆ, ਖਾਸ ਕਰਕੇ ਆਪਣੇ ਜਿਹੜੇ ਨਾਰਥ ਇੰਡੀਆ ਵਾਲੇ ਬੱਚੇ ਨੇ। ਕਿਉਂਕਿ ਬੱਚਿਆਂ ਦੀ ਜਿਹੜੀ ਪ੍ਰੋਫਾਈਲਸ ਨੇ ਉਹ ਇੰਨੀਆਂ ਕਿ ਮੈਨੂੰ ਲੱਗਦਾ ਕਿ ਉੱਥੇ ਜਾ ਕੇ ਜਿਹੜੇ ਬੱਚੇ ਨੇ ਕੋਈ ਕਲਾਸ ਨਹੀਂ ਲਗਾ ਰਿਹਾ, ਕਿਸੇ ਨੂੰ ਕੋਈ ਸਮਝ ਨਹੀਂ ਆ ਰਿਹਾ। ਕਈ ਬੱਚੇ ਜਿਹੜੇ ਫੀਡਬੈਕ ਉੱਥੋਂ ਯੂਨੀਵਰਸਿਟੀਜ਼ ਦੇ ਆ ਰਹੇ ਨੇ, ਉਹ ਕਹਿੰਦੇ ਵੀ ਸਾਨੂੰ ਤੁਹਾਡੇ ਤੋਂ ਬੱਚਾ ਕਿਤੇ ਨਾ ਕਿਤੇ ਉਹ ਹੋਣਾ ਚਾਹੀਦਾ ਜਿਹੜਾ ਇੰਗਲਿਸ਼ ਜਿਹਨੂੰ ਬੋਲਣੀ ਪੜ੍ਹਨੀ ਲਿਖਣੀ ਆਉਂਦੀ ਹੋਏ। ਆਪਣੇ ਬੇਸਿਕਲੀ ਕੰਮ ਕੀ ਹੋਇਆ ਕਿ ਜੋ ਅੱਜ ਤੋਂ 10 ਸਾਲ ਪਹਿਲਾਂ ਹੋਇਆ ਸੀ, ਜਦੋਂ ਯੂਕੇ ਅਪਲਾਈ ਕੀਤਾ ਤਾਂ ਇੰਗਲਿਸ਼ ਤੋਂ ਬਗੈਰ ਲੋਕ ਸਮਝ ਲੈਂਦੇ ਨੇ। ਆਇਲਸ ਤੋਂ ਬਗੈਰ ਜੇਕਰ ਕੋਈ ਕੰਟਰੀ ਵੀਜ਼ਾ ਦਿੰਦੀ ਹੈ, ਬੇਸ਼ੱਕ ਮੈਂ ਕਹਿੰਦਾ ਕਿ ਸਿੰਗਾਪੁਰ ਵੀ ਬੱਚਾ ਕੋਈ ਜਾਂਦਾ ਹੈ, ਬੇਸ਼ੱਕ ਆਇਲਸ ਤੋਂ ਬਗੈਰ ਵੀਜ਼ਾ ਹੁੰਦਾ, ਪਰ ਅੰਗਰੇਜ਼ੀ ਬੋਲਣ ਦੀ ਲੋੜ ਉੱਥੇ ਵੀ ਜਾ ਕੇ ਪੈਣੀ ਹੈ। ਅੰਗਰੇਜ਼ੀ ਲਿਖਣੀ ਵੀ ਪੈਣੀ ਹੈ, ਬੋਲਣੀ ਵੀ ਪੈਣੀ ਹੈ, ਸਮਝਣੀ ਵੀ ਆਉਣੀ ਜ਼ਰੂਰੀ ਹੈ। ਕਿਉਂਕਿ ਜੇਕਰ ਤੁਸੀਂ ਕਲਾਸ 'ਚ ਜਾਓਗੇ ਤਾਂ ਪ੍ਰੋਫੈਸਰ ਨੇ ਪੰਜਾਬੀ ਜਾਂ ਹਿੰਦੀ 'ਚ ਨਹੀਂ ਪੜ੍ਹਾਉਣਾ, ਅੰਗਰੇਜ਼ੀ 'ਚ ਪੜ੍ਹਾਉਣਾ। ਤੁਸੀਂ ਕਿਤੇ ਕੰਮ ਮੰਗਣ ਜਾਣਾ, ਉੱਥੇ ਸਟੋਰ 'ਤੇ ਕਿਸੇ ਲੱਗਣਾ, ਕੋਈ ਡਿਲੀਵਰੀ 'ਤੇ ਲੱਗਣਾ, ਤੁਹਾਡੇ ਕੋਲ ਜੇ ਕੋਈ ਕਲਾਇੰਟ ਆਉਣਾ, ਤੁਸੀਂ ਜੌਬ ਕਰ ਰਹੇ ਤਾਂ ਉਹਨੇ ਇੰਗਲਿਸ਼ 'ਚ ਗੱਲਬਾਤ ਕਰਨੀ ਹੈ, ਪੰਜਾਬੀ 'ਚ ਗੱਲਬਾਤ ਨਹੀਂ ਕਰਨੀ। ਪੰਜਾਬੀ ਦੇ ਵਿੱਚ ਕਮਿਊਨੀਕੇਸ਼ਨ ਉੱਥੇ ਨਹੀਂ ਤੁਹਾਡਾ ਹੋਣਾ। ਮੋਸਟਲੀ ਜਿਹੜਾ ਕਮਿਊਨੀਕੇਸ਼ਨ ਹੈ 90% ਇੰਗਲਿਸ਼ ਦੇ ਵਿੱਚ ਹੋਣਾ। ਸੋ ਇੰਗਲਿਸ਼ ਬੋਲਣੀ ਬਹੁਤ ਜ਼ਰੂਰੀ ਹੈ। ਫਿਰ ਵੀ ਜਿਵੇਂ ਆਪਣੀ ਗੱਲ ਹੋਈ ਹੈ ਸਤੰਬਰ ਇਨਟੇਕ ਦੇ ਲਈ, ਤਾਂ ਸੋ ਕਿਸੇ ਯੂਨੀਵਰਸਿਟੀ ਸੀਟਾਂ ਹਜੇ ਪੈਂਡਿੰਗ ਹੈਗੀਆਂ। ਤੁਸੀਂ ਵਿਦਆਊਟ ਆਇਲਸ, ਮੈਂ ਕਹੂੰਗਾ ਕਿ ਲਾਸਟ ਮੌਕਾ ਸਟੂਡੈਂਟ ਕੋਲੇ ਵਿਦਆਊਟ ਆਇਲਸ ਜਾਣ ਦਾ ਔਰ ਘੱਟ ਨੰਬਰਾਂ ਨਾਲ ਜਾਣ ਦਾ, ਸਟੇਟ ਬੋਰਡ ਤੋਂ ਪੜ੍ਹੇ ਹੋਏ ਬੱਚਿਆਂ ਲਈ ਜਾਣ ਦਾ, ਗੈਪ ਜਿਨ੍ਹਾਂ ਦਾ ਵੱਧ ਪੈ ਚੁੱਕਿਆ ਉਹ ਬੱਚਿਆਂ ਲਈ। ਸੋ ਸਤੰਬਰ ਇਨਟੇਕ ਲਾਸਟ ਮੌਕਾ ਤੁਹਾਡੇ ਕੋਲੇ, ਜਿੰਨੀ ਜਲਦੀ ਹੋ ਸਕਦਾ ਅਪਲਾਈ ਕਰੋ। ਕਿਉਂਕਿ ਉਹ ਮੌਕਾ ਮੈਂ ਤਾਂ ਕਹਿ ਰਿਹਾ ਕੁਲਦੀਪ ਜੀ ਲਾਸਟ, ਕਿਉਂਕਿ ਸਤੰਬਰ ਇਨਟੇਕ ਦੇ ਸਾਡੇ ਕੋਲੇ ਕੈਸ਼ ਹੋਣੇ ਸ਼ੁਰੂ ਹੋ ਚੁੱਕੇ ਨੇ, ਫਾਈਲਾਂ ਅੰਬੈਸੀ 'ਚ ਲੱਗ ਚੁੱਕੀਆਂ ਨੇ ਸਤੰਬਰ ਇਨਟੇਕ ਦੀਆਂ। ਸੋ ਇਟ ਮੀਨਸ ਕਿ ਹੁਣ ਇੱਕ ਪਾਸੇ ਤਾਂ ਬੱਚੇ ਦਾ ਵੀਜ਼ਾ ਹੋਣਾ ਸਤੰਬਰ ਇਨਟੇਕ ਦਾ, ਦੂਜੇ ਬੱਚੇ ਦਾ ਜੋ ਆਫਰ ਲੈਟਰ ਆਉਣਾ। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਸਮਾਂ ਘੱਟ ਹੈ, ਟਾਈਮ ਸਤੰਬਰ ਆਉਣ 'ਚ ਅਜੇ ਪਿਆ ਹੈ। ਹਜੇ ਆਪਣੇ ਕੋਲ ਜੂਨ ਦਾ ਮਹੀਨਾ ਪਿਆ, ਜੁਲਾਈ ਦਾ ਪਿਆ, ਅਗਸਤ ਦਾ ਪਿਆ, ਸਤੰਬਰ ਵੀ 15 ਤੋਂ ਕਲਾਸਾਂ ਹੋਣੀਆਂ, 3.5 ਮਹੀਨੇ ਐਵਰੇਜ ਆਪਣੇ ਕੋਲ ਪਏ ਨੇ। ਬਟ ਜਿਹੜਾ ਪ੍ਰੋਸੈਸ ਹੈ ਉਹ ਡਿਲੇ ਹੋ ਰਿਹਾ, ਟਾਈਮ ਲੱਗ ਰਿਹਾ ਹੈ। ਅੰਬੈਸੀ ਦੇ ਵਿੱਚ ਪ੍ਰਾਇਓਰਟੀ, ਸੁਪਰ ਪ੍ਰਾਇਓਰਟੀ ਸਰਵਿਸ ਨਹੀਂ ਚੱਲ ਰਹੀ। ਅੱਜ ਕੋਈ ਬੱਚਾ ਫਾਈਲ ਅੰਬੈਸੀ ਚਲਾਉਂਦਾ ਤੇ 1 ਮੰਥ ਦਾ ਟਾਈਮ ਬੱਚੇ ਨੂੰ ਰਿਜ਼ਲਟ ਆਉਣ ਦੇ ਵਿੱਚ ਲੱਗ ਰਿਹਾ, ਵੀਜ਼ਾ ਆਉਣ ਦੇ ਵਿੱਚ ਲੱਗ ਰਿਹਾ। ਸੋ 1 ਮੰਥ ਤੁਹਾਡਾ ਅੱਜ ਆਫਰ ਲੈਟਰ ਵੀ ਲੈ ਰਹੀ ਹੈ ਕਿ ਕਿਤੇ ਯੂਨੀਵਰਸਿਟੀਆਂ ਅੱਜ 2-2 ਦਿਨ ਦੇ ਵਿੱਚ ਆਫਰ ਲੈਟਰ ਦਿੰਦੀਆਂ ਸੀ, ਉਹ ਯੂਨੀਵਰਸਿਟੀ 10 'ਚ ਦੇਣ ਲੱਗ ਗਿਆ, 10 ਦਿਨ ਜਾਂ 20 'ਚ ਦੇਣ ਲੱਗ ਗਿਆ, ਬਿਕੋਜ਼ ਨਾਲ ਦੀ ਨਾਲ ਕੈਸ਼ ਦਾ ਪ੍ਰੋਸੈਸ ਜਿਹੜਾ ਸਟਾਰਟ ਹੋ ਗਿਆ। ਸੋ ਬੈਟਰ ਹੈ ਜੇ ਸਤੰਬਰ ਇਨਟੇਕ ਅਪਲਾਈ ਕਰਨਾ, 2-4 ਦਿਨ ਦੇ ਵਿੱਚ ਸਾਨੂੰ ਆ ਕੇ ਮਿਲੋ। ਸਾਡੇ ਨੇੜਲੇ ਦਫ਼ਤਰ ਜਲੰਧਰ, ਮੋਹਾਲੀ ਜਾਂ ਕੁਰੂਕਸ਼ੇਤਰ, ਕਿਸੇ ਵੀ ਦਫ਼ਤਰ ਤੁਸੀਂ ਆ ਸਕਦੇ ਹੋ। ਜਿੰਨੀ ਜਲਦੀ ਹੋ ਸਕਦਾ ਅਪਲਾਈ ਲਈ ਮਿਲੋ। ਵਿਦਆਊਟ ਆਇਲਸ, ਘੱਟ ਨੰਬਰਾਂ ਦੇ ਨਾਲ, ਵੱਧ ਗੈਪ ਦੇ ਨਾਲ, ਇਕੱਲੇ ਸਪਾਊਸ ਨਾਲ ਜਾਂ ਬੱਚਿਆਂ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਲਾਸਟ ਮੌਕਾ ਹੈ। ਔਰ ਇੱਕ ਖਾਸ ਅਨਾਊਂਸਮੈਂਟ ਜਿਹੜੀ ਬੱਚਿਆਂ ਨੂੰ ਮੈਂ ਜ਼ਰੂਰ ਹਰ ਵਾਰੀ ਕਰਦੇ ਹੁੰਦੇ ਆ ਕਿ ਜੇਕਰ ਤੁਸੀਂ ਪੈਸੇ ਵੀਜ਼ਾ ਤੋਂ ਬਾਅਦ ਦੇਣਾ ਚਾਹੁੰਦੇ ਹੋ, ਪੈਕੇਜ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਿਲਕੁਲ ਕਰ ਸਕਦੇ ਹੋ, ਪੈਸੇ ਵੀਜ਼ਾ ਤੋਂ ਬਾਅਦ ਦੇ ਸਕਦੇ ਹੋ। ਬਟ ਉਹਦੇ ਵਿੱਚ ਇਹ ਗਰੰਟੀ ਹੈ ਕਿ ਤੁਹਾਡਾ ਨਾ ਆਮ ਜਗ੍ਹਾ ਬੱਚੇ ਨੂੰ ਇਹ ਡਾਊਟ ਹੈ ਕਿ ਪੈਕੇਜ ਤਾਂ ਕਰ ਲੈਂਦਾ ਕੰਸਲਟੈਂਟ, ਬਟ ਪੈਕੇਜ ਤੋਂ ਬਾਅਦ ਜਦੋਂ ਰਿਫਿਊਜ਼ਲ ਆਉਂਦੀ ਹੈ ਬੱਚੇ ਦੀ, ਫਿਰ ਵੀ ਕਿਤੇ ਨਾ ਕਿਤੇ ਕੋਈ 10, 20, 50 ਹਜ਼ਾਰ ਦਾ ਬੱਚੇ ਨੂੰ ਨੁਕਸਾਨ ਦਾ ਸਾਹਮਣਾ ਉਹ ਕਰਨਾ ਪੈਂਦਾ। ਬਟ ਮੈਂ ਇੱਥੇ ਤੁਹਾਨੂੰ ਇਹ ਸ਼ੋਰਟੀ ਦੇਣਾ ਕਿ ਜੇ ਤੁਸੀਂ ਐਜੂਕੇਸ਼ਨ ਅਬਰੋਡ ਦੇ ਕਿਸੇ ਵੀ ਦਫ਼ਤਰ ਜਾ ਕੇ ਪੈਕੇਜ ਕਰਦੇ ਹੋ, ਪੈਕੇਜ ਤੁਹਾਡੀ ਡੀਲ ਹੁੰਦੀ ਹੈ, ਤਾਂ ਤੁਹਾਡਾ ਜੇਕਰ ਕੋਈ ਰਿਫਿਊਜ਼ਲ ਵੀ ਆਉਂਦੀ ਹੈ ਤਾਂ 1 ਵੀ ਪੈਸੇ ਦਾ ਤੁਹਾਡਾ ਨੁਕਸਾਨ ਨਹੀਂ ਹੋਊਗਾ ਕਿਸੇ ਵੀ ਤਰੀਕੇ ਦਾ। ਔਰ ਪੈਕੇਜ ਦੀ ਜੇ ਮੈਂ ਗੱਲ ਕਰਾਂ, ਪੈਕੇਜ ਜਿਹੜਾ ਅਸੀਂ ਬੱਚੇ ਨਾਲ ਕਰ ਰਹੇ ਹਾਂ, ਅਸੀਂ ਬੱਚੇ ਨੂੰ ਪੈਕੇਜ ਅੱਜ ਦੇ ਰਹੇ ਹਾਂ, ਕੰਪਲੀਟ ਪੈਕੇਜ ਦੇ ਰਹੇ ਹਾਂ ਬੱਚੇ ਨੂੰ। ਇਹ ਨਹੀਂ ਕਿ ਬੱਚੇ ਦੀ 2000 ਪਾਉਂਡ ਫੀਸ ਭਰਤੀ, ਲੈ 15 ਲੱਖ ਰੁਪਇਆ ਬੱਚੇ ਤੋਂ, ਫਿਰ ਇੰਸ਼ੋਰੈਂਸ ਬੱਚੇ ਤੋਂ ਲੈ ਲਿਆ, ਅੰਬੈਸੀ ਫੀਸ ਬੱਚੇ ਤੋਂ ਲੈ ਲਈ। ਬੱਚੇ ਦੀ ਅੰਬੈਸੀ, ਇੰਸ਼ੋਰੈਂਸ, ਤੁਹਾਡੀ ਫੀਸ, ਅੰਬੈਸੀ, ਇੰਸ਼ੋਰੈਂਸ, ਈਚ ਐਂਡ ਐਵਰੀਥਿੰਗ, ਜਿਹੜੇ ਵੀ ਤੁਹਾਡੇ ਖਰਚੇ ਪ੍ਰੋਫਾਈਲ ਦੇ ਦੌਰਾਨ ਹੋਣੇ ਆ, ਫਾਈਲਿੰਗ ਦੇ ਦੌਰਾਨ ਹੋਣੇ ਆ, ਸਾਰੇ ਦੇ ਸਾਰੇ ਖਰਚੇ ਜਿਹੜੇ ਨੇ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਵੱਲੋਂ ਕੀਤੇ ਜਾਣਗੇ। ਤੁਹਾਡਾ ਕਿਸੇ ਵੀ ਤਰ੍ਹਾਂ ਦਾ ਜਿਹੜਾ
ਕੋਈ ਲੋਸ ਨਹੀਂ ਹੋਊਗਾ ਜੇਕਰ ਤੁਹਾਡਾ ਕੱਲ ਨੂੰ ਵੀਜ਼ਾ ਨਹੀਂ ਵੀ ਆਉਂਦਾ। ਜੇ ਵੀਜ਼ਾ ਆਊਗਾ ਤਾਂ ਮੈਨੂੰ ਲੱਗਦਾ ਉਸ ਦੌਰਾਨ ਬੱਚੇ ਨੂੰ ਕੋਈ ਦਿੱਕਤ ਆਉਂਦੀ ਨਹੀਂ ਹੈਗੀ। ਬਟ ਵੀਜ਼ਾ ਆਉਣ ਦੇ ਵਿੱਚ ਵੀ ਮੈਂ ਇਹ ਗੱਲ ਕਹਿਣਾ ਕਿ ਤੁਸੀਂ ਜਦੋਂ ਪੈਕੇਜ ਵੀ ਕਰਦੇ ਹੋ ਨਾ, ਅੱਜ ਆਪਾਂ ਇਹ ਤਾਂ ਸੋਚਦੇ ਕਿ ਇੱਕ ਏਜੰਟ ਪੈਕੇਜ 20 ਲੱਖ ਦਾ ਦੇ ਰਿਹਾ, ਇੱਕ 15 ਦਾ ਦੇ ਰਿਹਾ, ਇੱਕ 12 ਦਾ ਦੇ ਰਿਹਾ, ਚਲੋ ਆਪਾਂ ਕਹਿੰਦੇ ਚਲੋ 15 ਜਾਂ 14 ਵਾਲੇ ਕੋਲ ਚੱਲ ਜਾਓ, ਸਾਡਾ ਪੈਕੇਜ ਠੀਕ ਹੋ ਜਾਊਗਾ। ਬਟ ਇਹ ਧਿਆਨ 'ਚ ਰੱਖਿਆ ਕਰੋ ਕਿ ਪੈਕੇਜ ਤੁਹਾਨੂੰ ਪ੍ਰੋਵਾਈਡ ਕੀ ਕਰਵਾ ਰਹੇ ਹੈ। ਕਿਤੇ ਇਹ ਤਾਂ ਨਹੀਂ ਤੁਸੀਂ ਪੈਕੇਜ 15 ਲੱਖ ਦਾ ਕਰ ਰਹੇ ਹੋ, ਤੁਹਾਡੀ ਫੀਸ 2 ਲੱਖ ਭਰੀ ਗਈ ਹੈ, ਤੁਸੀਂ ਪੈਕੇਜ 20 ਲੱਖ ਦਾ ਕਰ ਰਹੇ ਹੋ, ਫੀਸ ਤੁਹਾਡੀ 6 ਮਹੀਨੇ ਦੀ ਭਰੀ ਗਈ ਹੈ। ਸੋ ਇਹ ਪੁੱਛਿਆ ਕਰੋ ਪੈਕੇਜ ਦੇ ਵਿੱਚ ਕਿਤੇ ਵੀ ਕਰਨ ਜਾਂਦੇ ਹੋ, ਸਾਡੇ ਕੋਲ ਵੀ ਆਉਂਦੇ ਹੋ, ਸਾਡੇ ਵੀ ਦਫ਼ਤਰ ਮੈਨੂੰ ਮਿਲਦੇ ਹੋ, ਸਟਾਫ ਨੂੰ ਮਿਲਦੇ ਹੋ, ਇੱਕ ਚੀਜ਼ ਪੁੱਛਿਆ ਕਰੋ ਪੈਕੇਜ ਸਾਡਾ ਇਨਕਲੂਡ ਕੀ ਹੋਊਗਾ, ਸਾਡੀ ਫੀਸ ਕਿੰਨੇ ਮੰਥ ਦੀ ਹੋਊ। ਮਾਫੀ ਚਾਹਾਂਗਾ ਵੀ ਗੱਲ ਟੋਕ ਰਿਹਾ, ਤੁਸੀਂ ਕੱਲੀ ਚੀਜ਼ ਬੱਚੇ ਨੂੰ ਦੱਸ ਦਿਓ ਵੀ ਇੰਨਾ ਖਰਚਾ ਤੁਹਾਡਾ, ਇੰਨੀ ਫੀਸ ਭਰ ਰਹੇ ਆ, ਇੰਨੇ ਟਾਈਮ ਦੀ। ਬਿਲਕੁਲ ਕੁਲਦੀਪ ਜੀ, ਕੱਲੀ ਚੀਜ਼ ਬੱਚੇ ਨੂੰ ਰਿਟਨ 'ਚ ਪੇਪਰ ਤੇ ਦੇ ਦੀ। ਇਵਨ ਮੈਂ ਬੱਚੇ ਨੂੰ ਸਟਾਂਪ ਪੇਪਰ ਤੇ ਲਿਖ ਕੇ ਦੇਣਾ ਇਹ ਚੀਜ਼ ਕਿ ਜੇਕਰ ਤੁਹਾਡਾ ਵੀਜ਼ਾ ਨਹੀਂ ਆਉਂਦਾ ਤਾਂ ਤੁਹਾਡਾ 1 20 ਰੁਪਏ ਦਾ ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਮੇਰੀ ਹੈ, ਉਹ ਪੈਸੇ ਤੁਹਾਡੇ ਮੈਂ ਮੋੜਦੇ ਹਾਂ। ਜੇਕਰ ਤੁਹਾਡਾ ਕੋਈ ਪੈਸਾ ਕਿਸੇ ਪਾਸੇ ਲੱਗਦਾ ਹੈ ਤਾਂ ਉਹ ਮੇਰੀ ਜ਼ਿੰਮੇਵਾਰੀ ਹੋਊਗੀ, ਤੁਹਾਡੀ ਜ਼ਿੰਮੇਵਾਰੀ ਨਹੀਂ ਕਿ ਤੁਸੀਂ ਆਪਣੀ। ਜਦੋਂ ਕੁਲਦੀਪ ਜੀ ਇੱਕ ਬੱਚੇ ਨੇ ਪੈਕੇਜ ਹੀ ਕਰ ਲਿਆ ਤੁਹਾਡੇ ਨਾਲ, ਪੈਕੇਜ ਦਾ ਮਤਲਬ ਕਿ ਬੱਚੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਪੈਕੇਜ ਬੰਦਾ ਇਸੇ ਡਰ ਤੋਂ ਕਰਦਾ ਕਿ ਮੇਰਾ ਕੋਈ ਨੁਕਸਾਨ ਨਾ ਹੋਵੇ। ਸਟੈਪ ਬਾय ਸਟੈਪ ਅਗਲਾ ਕਹਿੰਦਾ ਕੱਲ ਨੂੰ ਮੇਰੀ ਐਮਬੈਸੀ ਫੀਸ ਦਾ ਨੁਕਸਾਨ ਹੈ, ਕੱਲ ਨੂੰ ਮੇਰੀ ਇੰਸ਼ੋਰੈਂਸ ਮਹੀਨੇ ਬਾਅਦ ਮੁੜੂਗੀ, ਕੱਲ ਨੂੰ ਮੇਰੀ ਫੀਸ ਮੁੜੂਗੀ, ਕਨਵਰਜਨ ਰੇਟ ਪਾਉਂਡ ਰੇਟ ਘਟ ਜਾਂਦਾ ਹੈ, ਉਹ 'ਚ ਕਨਵਰਜਨ ਰੇਟ 'ਚ ਫੀਸ ਕੱਟ ਕੇ ਆਉਂਦੀ ਹੈ, ਮੇਰਾ ਉਹਦਾ ਜ਼ਿੰਮੇਵਾਰ ਕੌਣ ਹੋਊਗਾ। ਇਸ ਕਰਕੇ ਤਾਂ ਬੱਚਾ ਪੈਕੇਜ ਕਰਦਾ ਹੈ। ਔਰ ਜੇ ਆਪਾਂ ਪੈਕੇਜ ਨੂੰ ਇਹ ਨੁਕਸਾਨ ਦੇ ਦਿੰਦੇ ਆ, ਅੱਜ ਇੱਕ ਕੰਸਲਟੈਂਟ ਕਹਿੰਦਾ ਤੁਸੀਂ ਪੈਕੇਜ ਕੀਤਾ ਸੀ ਪਰ ਤੁਹਾਡੀ ਫੀਸ ਤਾਂ ਵਾਪਸ ਆ ਗਈ, ਮੈਂ ਤਾਂ ਫੀਸ ਲਈ ਨਹੀਂ, ਫੀਸ ਯੂਨੀਵਰਸਿਟੀ ਭਰੀ ਸੀ, ਯੂਨੀਵਰਸਿਟੀ ਤੋਂ ਵਾਪਸ ਆ ਗਈ ਤੁਹਾਡੀ, ਔਰ ਉਹਦੇ ਵਿੱਚ ਤੁਹਾਡੇ ਜਿਹੜੇ ਇੰਨੇ ਪਾਉਂਡ ਤਾਂ ਪੂਰੇ ਨੇ, ਕਨਵਰਜਨ ਰੇਟ ਘਟ ਗਿਆ, ਉਹਦੀ ਜ਼ਿੰਮੇਵਾਰੀ ਮੇਰੀ ਨਹੀਂ ਸੀ। ਕੁਲਦੀਪ ਜੀ ਮੈਂ ਉਸ ਚੀਜ਼ ਦੀ ਜ਼ਿੰਮੇਵਾਰੀ ਵੀ ਲਊਂਗਾ। ਜੇਕਰ ਤੁਸੀਂ ਜਿਸ ਤਰੀਕੇ ਦਾ ਪੈਕੇਜ ਕਰਨਾ ਚਾਹੁੰਦੇ ਹੋ, ਹਰ ਤਰੀਕੇ ਦਾ ਪੈਕੇਜ ਸਾਡੇ ਕੋਲ ਅਵੇਲੇਬਲ ਹੈ ਔਰ ਬੱਚੇ ਦਾ ਕੋਈ ਵੀ ਨੁਕਸਾਨ ਨਹੀਂ ਹੋਊਗਾ, ਇਹ ਗਾਰੰਟੀ ਅਸੀਂ ਔਨ ਪੇਪਰ ਬੱਚੇ ਨੂੰ ਲਿਖ ਕੇ ਦੇਵਾਂਗੇ ਜੀ। ਤਾਂ ਮੇਰੀ ਕਿਸੇ ਪੇਰੈਂਟਸ ਨਾਲ ਗੱਲ ਹੋਈ ਸੀ, ਯੂਕੇ ਬੱਚਾ ਚਲਾ ਗਿਆ, ਖੁਸ਼ ਸੀਗੇ ਬੱਚਾ ਚਲਾ ਗਿਆ, ਪਰ ਮਹੀਨੇ 2 ਮਹੀਨੇ ਬਾਅਦ ਪਤਾ ਲੱਗਾ ਵੀ ਯੂਨੀਵਰਸਿਟੀ ਨੇ ਤਾਂ ਫਿਰ ਫੀਸ ਮੰਗ ਲਈ, ਇੱਥੋਂ ਵੀ ਕਹਿੰਦੇ ਪੈਕੇਜ ਦੇ ਕੇ ਉੱਥੇ ਵੀ 6-7 ਲੱਖ ਫੀਸ ਮੰਗ ਲਈ, ਪਤਾ ਲੱਗਿਆ ਵੀ 2000 ਜਾਂ 3000 ਕੁਛ ਇਦਾਂ ਪਾਉਂਡ ਜਿਹੜਾ ਪੇ ਕਰਕੇ ਬੱਚੇ ਨੂੰ ਭੇਜ ਦਿੱਤਾ ਗਿਆ ਸੀ। ਕੰਪਨੀ ਦੀ ਗੱਲ ਕਰਾਂ, ਚੰਗਾ ਨਾਮ ਕੰਪਨੀ ਦਾ, ਚੰਗੀ ਐਡਵਰਟਾਈਜ਼ਮੈਂਟ ਕਰਦੇ ਨੇ। ਸੋ ਕੋਸ਼ਿਸ਼ ਕਰਿਆ ਕਰੋ ਵੀ ਆਪ ਦੇਖਿਆ ਕਰੋ ਜਦੋਂ ਬੱਚੇ ਦਾ ਕੈਸ਼ ਲੈਟਰ ਜਾਂ ਆਫਰ ਲੈਟਰ ਆਉਂਦਾ ਉੱਥੇ ਮੈਂਸ਼ਨ ਕੀਤਾ ਜਾਂਦਾ ਵੀ ਕਿੰਨੀ ਫੀਸ ਭਰੀ। ਬਿਲਕੁਲ ਕੁਲਦੀਪ ਜੀ, ਕੈਸ਼ ਆਫਰ ਲੈਟਰ ਤੇ ਪੂਰੇ ਸਾਲ ਦੀ ਫੀਸ ਮੈਂਸ਼ਨ ਹੋ ਕੇ ਆਉਂਦੀ ਹੈ। ਉਸ ਤੋਂ ਇਲਾਵਾ ਜਦੋਂ ਕੈਸ਼ ਲੈਟਰ ਆਉਂਦਾ ਉੱਤੇ ਪੂਰੇ ਸਾਲ ਦੀ ਫੀਸ ਨਾਲ ਇਹ ਲਿਖਿਆ ਹੁੰਦਾ ਤੁਹਾਡੀ ਫੀਸ ਕਿੰਨੀ ਪੇ ਹੋਈ ਹੈ। ਬਟ ਪੈਕੇਜ ਵਾਲੇ ਕੰਸਲਟੈਂਟ ਮੋਸਟਲੀ ਕਰਦੇ ਕੀ ਹੈ, ਬੱਚੇ ਨੂੰ ਕੈਸ਼ ਲੈਟਰ ਨਹੀਂ ਦਿਖਾਉਂਦੇ, ਬੱਚੇ ਨੂੰ ਦੱਸਦੇ ਨਹੀਂ ਕਿ ਤੇਰਾ ਕੈਸ਼ ਲੈਟਰ, ਤੇਰੀ ਫਾਈਲ ਲੱਗਣੀ ਹੈ ਫਲਾਣੇ ਦਿਨ ਤੋਂ ਮੈਸੇਜ ਆਣਾ, ਬੱਚੇ ਨੂੰ ਕੋਈ ਡਾਕੂਮੈਂਟ ਹੀ ਨਹੀਂ ਪ੍ਰੋਵਾਈਡ ਕਰਨਾ। ਔਰ ਬੱਚੇ ਜਦੋਂ ਡਿਮਾਂਡ ਕਰਦੇ ਨੇ ਕਹਿੰਦੇ ਤੁਸੀਂ ਪੈਕੇਜ ਕੀਤਾ, ਤੁਹਾਨੂੰ ਹੱਕ ਨਹੀਂ ਇਸ ਚੀਜ਼ ਦਾ। ਬਟ ਮੇਰੇ ਕੋਲ ਕੋਈ ਬੱਚਾ ਹੁੰਦਾ ਜੇ ਉਹਨੇ ਪੈਕੇਜ ਵੀ ਕੀਤਾ ਤਾਂ ਜੇ ਬੱਚੇ ਦਾ ਕੈਸ਼ ਲੈਟਰ ਹੁੰਦਾ, ਪਹਿਲਾਂ ਬੱਚੇ ਨੂੰ ਕੈਸ਼ ਲੈਟਰ ਭੇਜੀ ਦਿਆ ਗਿਆ, ਤੁਹਾਡਾ ਕੈਸ਼ ਲੈਟਰ ਆ ਗਿਆ, ਇਹਨੂੰ ਰੀਡ ਆਊਟ ਕਰੋ ਕਿ ਤੁਹਾਡੇ ਕੋਈ ਸਪੈਲਿੰਗ ਮਿਸਟੇਕ, ਕੋਈ ਡੇਟ ਆਫ ਬਰਥ ਮਿਸਟੇਕ, ਕੋਈ ਪਾਸਪੋਰਟ ਨੰਬਰ ਦੀ ਕੋਈ ਮਿਸਟੇਕ ਤਾਂ ਨਹੀਂ, ਕੋਈ ਯੂਨੀਵਰਸਿਟੀ ਦਾ ਨਾਮ ਮਿਸਟੇਕ ਚੋਂ, ਇੱਕ ਤੁਹਾਡੀ ਫੀਸ ਤੁਸੀਂ ਵੱਧ ਘੱਟ ਹੋਏ ਉਹਦੀ ਕੋਈ ਡਿਟੇਲ ਹੋਏ, ਸਾਰੀ ਚੀਜ਼ ਬੱਚੇ ਨੂੰ ਕੁਲਦੀਪ ਜੀ ਬੱਚੇ ਨਾਲ ਵੈਰੀਫਾਈ ਕਰੀਦੀ। ਕਿਉਂਕਿ ਕਈ ਵਾਰੀ ਇਹ ਇਦਾਂ ਦੀਆਂ ਚੀਜ਼ਾਂ ਨੇ ਕਿ ਜਿਨ੍ਹਾਂ ਦੀ ਵੈਰੀਫਿਕੇਸ਼ਨ 2 ਤੋਂ 10 ਵਾਰੀ ਤੱਕ ਜ਼ਰੂਰੀ ਹੈ। ਇੱਕ ਚੀਜ਼ ਦੀ ਗਲਤੀ ਮੈਂ ਨਹੀਂ ਫੜੀ, ਸ਼ਾਇਦ ਤੁਸੀਂ ਫੜ ਲਓਗੇ, ਤੁਸੀਂ ਨਹੀਂ ਫੜੀ ਸ਼ਾਇਦ ਇੱਕ ਆਪਣੇ ਕੋਈ ਹੋਰ ਤੀਜਾ ਬੰਦਾ ਹੋਊਗਾ ਉਹ ਫੜ ਲਊਗਾ, ਹੋ ਸਕਦਾ ਇੱਕ ਗਲਤੀ ਹਰੇਕ ਬੰਦੇ ਨੂੰ ਨਾ ਦਿਖੇ, ਹਰੇਕ ਇੱਕ ਬੰਦੇ ਨੂੰ ਵਿੱਚੋਂ ਦਿਖ ਜੇ। ਸੋ ਇਹ ਚੀਜ਼ਾਂ ਗੌਰ ਕਰਨ ਵਾਲੀਆਂ ਨੇ। ਇੱਥੇ ਅੱਜ ਆਪਾਂ ਇਹ ਕਹਿੰਦੇ ਆ ਕਿ ਫਲਾਣੀ ਕੰਪਨੀ 10 ਲੱਖ ਦਾ ਪੈਕੇਜ ਦਿੰਦੀ ਹੈ, ਅਸੀਂ ਉਹ ਤੋਂ ਵੀਜ਼ਾ ਲਵਾ ਲਾਂਗੇ। ਫਲਾਣੀ ਕੰਪਨੀ 12 ਦਾ ਪੈਕੇਜ ਦਿੰਦੀ, ਉਹ ਤੋਂ ਲਵਾ ਲਾਂਗੇ। ਤੁਸੀਂ 13 14 15 ਮੰਗੇ, ਤੁਹਾਡੇ ਤੋਂ ਨਹੀਂ ਲਵਾਉਣਾ। ਅੱਜ 2-2 ਲੱਖ ਦੇ ਤੁਸੀਂ ਸਸਤੇ ਪਿੱਛੇ ਪੈਕੇਜ ਕਿਸੇ ਹੋਰ ਕੰਪਨੀਆਂ ਕੋਲ ਕਰ ਲੈਂਦੇ ਹੋ, ਸਸਤੇ 'ਚ ਪੈਕੇਜ ਕਰ ਲੈਂਦੇ ਹੋ। ਬਟ ਜਦੋਂ ਪੈਕੇਜ ਇੱਥੇ ਤੁਸੀਂ ਫੋਰ ਐਗਜ਼ਾਮਪਲ ਇੱਕ ਪੈਕੇਜ ਤੁਹਾਨੂੰ 20 ਲੱਖ ਦਾ ਕੋਸਟ ਕਰ ਰਿਹਾ ਹੈ, ਉਹਦੇ ਵਿੱਚ ਤੁਹਾਨੂੰ 6 ਮੰਥ ਦੀ ਫੀਸ ਮਿਲ ਰਹੀ ਹੈ, ਇੰਸ਼ੋਰੈਂਸ ਮਿਲ ਰਹੀ ਹੈ, ਸਾਰੇ ਖਰਚੇ ਦੇ ਵਿੱਚ ਕਵਰ ਹੋ ਰਹੇ ਨੇ। ਦੂਜੇ ਪਾਸੇ ਇੱਕ ਏਜੰਟ ਕਹਿੰਦਾ ਮੈਂ ਤੁਹਾਨੂੰ 17 ਲੱਖ ਦਾ ਪੈਕੇਜ ਦੇ ਦੂੰਗਾ, ਚਲੋ ਉਹਨਾਂ ਨੇ ਕਹਿਣਾ ਕਿ ਤੁਹਾਨੂੰ 6 ਮਹੀਨੇ ਦੀ ਫੀਸ, ਸਾਰਾ ਕੁਝ ਸੇਮ ਹੋਣਾ ਹੈ। ਉਦੋਂ ਪੇਰੈਂਟਸ ਇਹ ਨਹੀਂ ਸੋਚਦੇ 3 ਲੱਖ ਰੁਪਏ ਦਾ ਫਰਕ ਕਿੱਥੇ ਆ ਰਿਹਾ। ਸੋ ਉਹਨਾਂ ਨੇ ਕੀ ਕਰਨਾ, 17 ਲੱਖ ਵਾਲੇ ਕੋਲ ਚਲਾ ਜਾਣਾ, ਵੀਜ਼ਾ ਆ ਜਾਣਾ, ਬੱਚਾ ਪਹੁੰਚ ਜਾਣਾ, ਉੱਥੇ ਜਾ ਕੇ ਦੇਖਣਾ ਜਿਹੜੀ ਫੀਸ ਸੀ, ਸਾਲ ਦੀ ਫੀਸ ਤਾਂ ਆਈ ਸੀ 15 ਲੱਖ, ਭਰਨੀ 7.5 ਸੀ, ਭਰੀ 2 ਲੱਖ, ਪਿੱਛੇ ਰਹਿ ਗਈ 5.5 ਲੱਖ। ਜਦੋਂ ਕਲਾਸਾਂ ਲਾਉਣ ਯੂਨੀਵਰਸਿਟੀ ਪਹੁੰਚਣਾ, ਯੂਨੀਵਰਸਿਟੀ ਨੇ ਜਾਣ ਸਾਰ ਕਹਿਣਾ ਜੀ ਬਾਕੀ ਦੀ ਜਿਹੜੀ ਪੈਂਡਿੰਗ 5.5 ਹੈ ਉਹ ਜਮ੍ਹਾਂ ਕਰਾਓ। ਹੁਣ ਜਾਂ ਤੇ ਉਹ ਬੱਚਾ ਘਰੇ ਫੋਨ ਕਰਕੇ ਪੈਸੇ ਮੰਗਾਊਗਾ, ਜਾਂ ਉਹ ਬੱਚਾ ਪੜ੍ਹਾਈ ਛੱਡ ਕੇ ਇਲੀਗਲ ਹੋਊਗਾ, ਦੋਨੇ ਆਪਸ਼ਨ ਨੇ। ਜਾਂ ਫਿਰ 20 ਵਾਲਾ ਪੈਕੇਜ 22.5 ਦਾ ਪੈ ਗਿਆ ਜੀ, ਉਹਨੂੰ 20 ਵਾਲਾ ਪੈਕੇਜ ਕੁਲਦੀਪ ਜੀ ਪੈ ਗਿਆ ਉਹਨੂੰ 22.5 ਲੱਖ ਦਾ। ਹੁਣ ਜਿੱਥੇ ਉਹ 20 ਦਾ ਪੈਂਦਾ 22.5 ਦਾ ਪੈ ਗਿਆ, ਇੱਥੇ ਪੈਕੇਜ 3 ਤਾਂ ਸਸਤਾ ਹੋਗਾ ਪਰ ਓਵਰਆਲ ਕੋਸਟ ਜਿਹੜੀ 5.5 ਲੱਖ ਮਹਿੰਗਾ ਪੈ ਗਿਆ। ਹੁਣ ਮੈਨੂੰ ਲੱਗਦਾ ਕਿ ਜਿਹੜਾ ਬੱਚਾ ਇੱਥੋਂ ਇੱਕ ਵਾਰੀ 20 ਲੱਖ ਰੁਪਈਆ ਲਾ ਕੇ ਚਲਾ ਜਾਂਦਾ, 15 ਲੱਖ ਕੁਝ ਵੀ XYZ ਅਮਾਊਂਟ ਲਾ ਕੇ ਚਲਾ ਜਾਂਦਾ ਹੈ, ਉੱਥੇ ਜਾ ਕੇ ਬੱਚਾ ਨਹੀਂ ਕੋਸ਼ਿਸ਼ ਕਰਦਾ। ਬੱਚੇ ਨੂੰ ਵੀ ਹੁੰਦਾ ਹੈ ਕਿ ਮੈਂ ਆਪਣੇ ਘਰੇ ਹੁਣ ਕਿਹੜੇ ਮੂੰਹ ਨਾਲ ਫੋਨ ਕਰਾਂ, ਕਿਉਂਕਿ ਬੱਚੇ ਜਦੋਂ ਅਕਸਰ ਇਹ ਗਲਤੀਆਂ ਉੱਥੇ ਹੁੰਦੀਆਂ ਤੇ ਬੱਚੇ ਆਪ ਮੁਹਾਰੇ ਬਣਦੇ ਨੇ ਕਿ ਬੱਚਾ ਜਾਂਦਾ ਏਜੰਟ ਨਾਲ ਪੈਕੇਜ ਕਰਕੇ ਘਰੇ ਆ ਜਾਂਦਾ, ਮਾਂ-ਬਾਪ ਨੂੰ ਕੋਈ ਉਹਦਾ ਪਤਾ ਨਹੀਂ ਹੁੰਦਾ। ਮੈਂ ਇਸੇ ਕਰਕੇ ਕਹਿਣਾ ਹੁੰਦਾ ਕਿ ਜਦੋਂ ਦਫ਼ਤਰ ਆਉਂਦੇ ਹੋ, ਮੇਰੇ ਨਹੀਂ ਆਉਂਦੇ, ਕਿਸੇ ਦੇ ਵੀ ਜਾਂਦੇ ਹੋ, ਅਨਰੋਲਮੈਂਟ ਕਰਨ ਤੋਂ ਪਹਿਲਾਂ ਮਾਂ-ਬਾਪ ਜਾਂ ਵੱਡੇ ਭੈਣ ਭਰਾ ਨੂੰ ਜ਼ਰੂਰ ਲੈ ਕੇ ਜਾਓ। ਤੁਹਾਨੂੰ ਪੂਰੀ ਡਿਟੇਲ ਤੁਸੀਂ ਨਹੀਂ ਪੁੱਛ ਸਕਦੇ। ਅੱਜ ਕਈ ਵਾਰੀ ਬੱਚੇ ਆਉਂਦੇ ਨੇ ਉਹ ਸੰਗਦੇ ਹੀ ਰਹਿੰਦੇ ਨੇ, ਉਹ ਸੰਗ ਜੀ ਮੈਨੂੰ ਲੱਗਦਾ ਪ੍ਰੋਪਰ ਪੁੱਛ ਕੇ ਨਹੀਂ ਜਾਂਦੇ, ਪੈਕੇਜ ਕਰਕੇ ਚੱਲ ਜਾਂਦੇ ਕਿਸੇ ਏਜੰਟ ਨਾਲ। ਤੁਸੀਂ ਕਿਸੇ ਵੱਡੇ ਭੈਣ ਭਰਾ ਲੈ ਕੇ ਜਾਓ, ਐਟਲੀਸਟ ਬੰਦਾ ਪਰਖਦੇ ਨੇ, ਜਾਂ ਜਦੋਂ ਪੂਰੀ ਡਿਟੇਲ ਸਾਹਮਣੇ ਹੋਊਗੀ, ਇੱਕ ਦੀ ਜਗ੍ਹਾ 4 ਬੰਦੇ ਨੇ ਸਮਝੀ ਹੋਊਗੀ, ਬੱਚੇ ਨੇ ਤਾਂ ਬਾਹਰ ਚਲਾ ਜਾਣਾ।
ਬਾਅਦ ਚ ਏਜੰਟ ਕੋਲ ਜਾਣਗੇ, ਏਜੰਟ ਕਹਿੰਦਾ ਮੈਂ ਤਾਂ ਬੱਚੇ ਨੂੰ ਦੱਸਿਆ ਸੀਗਾ ਜਿੰਨਾ ਖਰਚਾ ਸੀ। ਸੋ ਬੱਚਾ ਕਿਤੇ ਨਾ ਕਿਤੇ ਉਦੋਂ ਘਰਦਿਆਂ ਦੀ ਨਜ਼ਰਾਂ 'ਚ ਵੀ ਬੱਚਾ ਝੂਠਾ ਪੈਂਦਾ ਔਰ ਬੱਚਾ ਕਹਿੰਦਾ ਯਾਰ ਹੁਣ ਮੈਂ ਘਰੇ ਫੋਨ ਕਰੂੰਗਾ, ਘਰੇ ਪਤਾ ਨਹੀਂ ਪਹਿਲਾਂ ਕਿਵੇਂ ਭੇਜਿਆ ਹੁੰਦਾ। ਕਿਉਂਕਿ ਇੱਥੋਂ ਜਿਹੜੇ ਬੱਚੇ ਪੜਨ ਜਾ ਰਹੇ ਨੇ ਕੁਲਦੀਪ ਜੀ, ਸਿੱਧੀ ਜੀ ਗੱਲ ਹੈ, ਕੋਈ ਵੀ ਕਰੋੜਪਤੀ ਅਰਬਪਤੀ ਬੰਦੇ ਜਿਹੜੇ ਨੇ ਉਹ ਇਦਾਂ ਪੈਕੇਜ ਕੇਸ 'ਚ ਪੈ ਕੇ ਨਹੀਂ ਬਾਹਰ ਅਪਲਾਈ ਕਰਦੇ। ਇੱਥੋਂ ਕੋਈ ਜਿਹੜਾ ਸਾਡੇ ਵਰਗਾ ਮਾਤੜ ਬੰਦਾ, ਜਿਹੜੇ ਪਿੰਡਾਂ 'ਚ ਉੱਠੇ ਬੰਦੇ ਨੇ ਜਾਂ ਕੋਈ ਸਿਟੀ ਤੋਂ ਬਿਲੋਂਗ ਕਰਦਾ, ਜਿਹਨੇ ਆਪਦਾ ਇੱਕ ਹਾਰਡ ਐਂਡ ਮਨੀ ਅਰਨ ਕੀਤੀ ਹੋਈ ਹੈ, ਉਹਨੇ ਆਪਣੇ ਪੈਸੇ ਲਾ ਕੇ ਬੱਚਾ ਭੇਜਣਾ ਤਾਂ ਪੈਕੇਜ ਕਰਦਾ ਹੈ ਕਿ ਕੱਲ ਨੂੰ ਜੇ ਰਿਫਿਊਜ਼ਲ ਵੀ ਆ ਗਿਆ ਤਾਂ ਮੇਰਾ ਨੁਕਸਾਨ ਨਾ ਹੋਏ। ਹੁਣ ਉਹ ਪੈਕੇਜ ਤਾਂ ਉਹਨੇ ਸਸਤਾ ਕਰ ਲਿਆ, ਉੱਥੇ ਜਾ ਕੇ 4-5 ਲੱਖ ਦੀ ਹੋਰ ਦੀ ਵੰਗਾਰ ਆ ਗਈ। ਉਹ ਬੱਚੇ ਨੇ ਘਰੇ ਫੋਨ ਨਹੀਂ ਕਰਨਾ, ਮਾਂ-ਬਾਪ ਨੇ ਵੀ ਜੇ ਮੰਗ ਲਿਆ ਤਾਂ ਮਾਂ-ਬਾਪ ਨੇ ਵੀ ਸੋਚਣਾ ਵੀ ਸਾਡੇ ਕੋਲ ਤਾਂ ਹੁਣ ਹੈ ਨਹੀਂ ਹੋਰ, ਤਾਂ ਬੱਚਾ ਕਿਤੇ ਨਾ ਕਿਤੇ ਇਲੀਗਲ ਹੋਊਗਾ। ਉਹ ਐਦਾਂ ਕਿਤੇ ਨਾ ਕਿਤੇ ਇਲੀਗਲਟੀ ਜਿਹੜੀ ਉਹ ਵੱਧਦੀ ਹੈ। ਫਰਕ ਕਿੱਥੇ ਪਿਆ? ਇੱਥੋਂ ਇੱਕ ਪੂਰੀ ਜਾਣਕਾਰੀ ਨਾ ਹੋਣ ਕਰਕੇ। ਸੋ ਇੱਥੋਂ ਅਪਲਾਈ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਹਰ ਸ਼ੋਅ ਦੇ ਵਿੱਚ ਇਹ ਗੱਲ ਤੇ ਬਹੁਤ ਜ਼ੋਰ ਪਾਉਣਾ ਕਿ ਜਦੋਂ ਕਿਸੇ ਕੋਲ ਵੀ ਅਪਲਾਈ ਕਰਦੇ ਹੋ, ਮੈਂ ਇਹ ਵੀ ਕਹਿੰਦਾ ਕਿ ਮੇਰੇ ਕੋਲ ਨਾ ਅਪਲਾਈ ਕਰੋ। ਤੁਹਾਨੂੰ ਮੇਰੇ ਕੋਲ ਅਪਲਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਮੈਂ ਆਪਣੀ ਇੱਕ ਐਡ ਨਹੀਂ ਕਰ ਰਿਹਾ ਕਿ ਤੁਸੀਂ ਮੈਂ ਹੀ ਚੰਗਾ ਕੰਮ ਕਰਦਾ, ਮੇਰੇ ਤੋਂ ਬਿਨਾਂ ਹੋਰ ਕਿਤੋਂ ਵੀਜ਼ੇ ਨਹੀਂ ਆਉਂਦੇ। ਹਰੇਕ ਕੰਸਲਟੈਂਟ ਦੇ ਵੀਜ਼ੇ ਆ ਰਹੇ ਆ, ਬਹੁਤ ਚੰਗਾ ਕੰਮ ਕਰ ਰਹੇ ਇੰਡਸਟਰੀ ਦੇ ਲੋਕ। ਬਟ ਕਿਸੇ ਕੋਲ ਵੀ ਜਾਂਦੇ ਹੋ ਤੁਸੀਂ ਇੱਕ ਵਾਰੀ ਵੈਰੀਫਾਈ ਜ਼ਰੂਰ ਕਰਿਆ ਕਰੋ, ਜੇ ਪੈਕੇਜ ਕਰ ਰਹੇ ਹੋ ਤੁਹਾਡਾ ਕੀ ਕੁਝ ਇਨਕਲੂਡ ਹੈ, ਕੀ ਕੁਝ ਤੁਸੀਂ ਦੇ ਰਹੇ ਹੋ, ਕੀ ਕੁਝ ਤੁਹਾਡਾ ਨਹੀਂ ਦੇਣਾ, ਤੁਹਾਡਾ ਕੀ ਨੁਕਸਾਨ ਹੈ, ਕੀ ਫਾਇਦਾ, ਸਾਰੇ ਔਨ ਪੇਪਰ ਬੰਦੇ ਤੋਂ ਰਿਟਰਨ ਚ ਲਵੋ। ਕਿਉਂਕਿ ਜਿਹੜਾ ਬੰਦਾ ਤੁਹਾਨੂੰ ਪੈਕੇਜ ਕਰ ਰਿਹਾ ਕਿਤੇ ਨਾ ਕਿਤੇ ਨੋ ਡਾਊਟ ਕਿ ਬੰਦਾ ਆਪਦਾ ਮਾਰਜਨ ਵਧਾਊਗਾ, ਕਿਉਂਕਿ ਉਹਨੇ ਵੀ ਤੁਹਾਡੀ ਫਾਈਲ ਤੇ ਇਨਵੈਸਟਮੈਂਟ ਕਰਨੀ ਹੈ। ਮੈਂ ਵੀ ਪੈਕੇਜ ਕਰੂੰਗਾ ਤਾਂ ਮੈਂ ਵੀ ਤੁਹਾਡੇ ਕੋਲੋਂ ਕੋਈ ਪੈਸੇ ਥੋੜੇ ਬਹੁਤੇ ਫਾਲਤੂ ਜ਼ਰੂਰ ਲਵਾਂਗਾ, ਬਟ ਇਹ ਨਹੀਂਗਾ ਕਿ ਮੈਂ ਤੁਹਾਡੇ ਤੋਂ 5 ਲੱਖ 7 ਲੱਖ ਹੀ ਫਾਲਤੂ ਲੈ ਜਾ। ਇੰਨੀ ਕੁ ਮਨੀ ਅਰਨ ਕਰ ਲਾਂਗੇ, ਤੁਹਾਨੂੰ ਕਿਸੇ ਜੋਗੇ ਛੱਡਿਆ ਹੀ ਨਾ ਅੱਗੋਂ ਤੋਂ। ਸੋ ਪੈਕੇਜ ਕਰਨ ਤੋਂ ਪਹਿਲਾਂ ਵੀ ਕੰਸਲਟੈਂਟ ਪਰਖਣਾ ਬਹੁਤ ਜ਼ਰੂਰੀ ਹੈ। ਔਰ ਇੱਕ ਹੋਰ ਖਾਸ ਗੱਲ ਇੱਥੇ ਪੈਕੇਜ ਵਿੱਚ ਇਹ ਬੜਾ ਹੁੰਦਾ ਕਿ ਬੱਚੇ ਨੇ ਬੈਚਲਰ ਕੀਤੀ, ਮਾਸਟਰ ਲਈ ਜਾਣਾ ਜੀ। ਬੱਚੇ ਨੂੰ ਕਈ ਵਾਰੀ ਫਾਊਂਡੇਸ਼ਨ ਚ ਇਕੱਲੇ ਚ ਭੇਜਤਾ ਜਾਂਦਾ ਹੈ, ਪ੍ਰੀ ਮਾਸਟਰ ਚ ਭੇਜ ਦਿੰਦਾ, ਸ਼ਾਰਟ ਟਰਮ ਸਟੱਡੀ ਵੀਜ਼ਾ ਉਹਦੇ ਚ ਭੇਜਤਾ ਜਾਂਦਾ ਹੈ। ਬੰਦਾ ਕਹਿੰਦਾ ਕਿ ਮੈਨੂੰ ਤਾਂ ਪੈਕੇਜ 10 ਲੱਖ ਦਾ ਹੀ ਮਿਲ ਗਿਆ ਜੀ, ਫਲਾਣੇ ਕੋਈ 14 ਦਾ ਸੀ ਤੇ 10 ਦਾ ਮਿਲ ਗਿਆ। ਉਹਦੀ ਫੀਸ ਹੀ 3000 4000 ਪਾਉਂਡ ਪੂਰੇ ਕੋਰਸ ਦੀ ਹੈ। ਉਹ ਚੋਂ ਏਜੰਟ ਹਾਫ ਪੇ ਕਰਾ ਕੇ ਭੇਜ ਰਹੇ ਨੇ ਕਿ 1000 2000 ਪਾਉਂਡ ਲਾ ਕੇ ਭੇਜ ਰਿਹਾ। ਉਹ ਪੈਕੇਜ ਤੁਹਾਨੂੰ 10 ਲੱਖ ਦੇ ਨੇ, ਏਜੰਟ ਪੈਕੇਜ ਤੁਹਾਡੇ ਕੋਲ 7 ਤੋਂ 8 ਲੱਖ ਰੁਪਏ ਲੈ ਗਿਆ। ਕੋਈ ਤੁਹਾਡੀ ਇੰਸ਼ੋਰੈਂਸ ਉਹ ਚ ਜਾਣੀ ਨਹੀਂ, ਐਮਬੈਸੀ ਫੀਸ ਵੀ ਤੁਹਾਡੀ ਉਹ ਚ ਘੱਟ ਹੈ, ਫੰਡ ਵੀ ਘੱਟ ਜਾਣੇ ਹੈ। ਸੋ ਤੁਹਾਨੂੰ ਬੈਨੀਫਿਟ ਦੀ ਜਗ੍ਹਾ ਨੁਕਸਾਨ ਹੋ ਜਾਂਦਾ ਹੈ। ਸੋ ਇਹ ਵੀ ਦੇਖਿਆ ਕਰੋ, +2 ਕੀਤੀ ਹੈ ਤਾਂ ਬੈਚਲਰ ਲਈ ਅਪਲਾਈ ਹੋਣਾ ਹੈ, ਬੈਚਲਰ ਕੀਤੀ ਹੈ ਤਾਂ ਮਾਸਟਰ ਲਈ ਅਪਲਾਈ ਹੋਣਾ ਹੈ। ਇਹ ਚੀਜ਼ਾਂ ਵੀ ਖਾਸ ਤੌਰ ਤੇ ਧਿਆਨ 'ਚ ਰੱਖਿਆ ਕਰੋ। ਔਰ ਤੁਸੀਂ ਹਾਇਰ ਐਜੂਕੇਸ਼ਨ ਪ੍ਰੋਵਾਈਡਰ ਕੋਲ ਜਾਣਾ ਹੈ, ਡਿਗਰੀ ਦੇ ਵਿੱਚ ਜਾਣਾ ਹੈ, ਕਿਸੇ ਡਿਪਲੋਮਾ ਦੇ ਵਿੱਚ ਨਹੀਂ ਅਪਲਾਈ ਕਰਨਾ, ਕਿਸੇ ਤੁਸੀਂ ਸ਼ਾਰਟ ਟਰਮ ਸਟੱਡੀ ਵੀਜ਼ੇ 'ਚ ਅਪਲਾਈ ਨਹੀਂ ਕਰਨਾ। ਚੰਗੇ ਕਾਲਜ ਜਾਂ ਚੰਗੇ ਯੂਨੀਵਰਸਿਟੀ ਅਪਲਾਈ ਕਰਨਾ ਹੈ ਜਿਨ੍ਹਾਂ ਦਾ ਟਰੈਕ ਰਿਕਾਰਡ ਵਧੀਆ ਹੋਏ, ਬਣਿਆ ਹੋਏ, ਤੁਹਾਡੇ ਵੀਜ਼ੇ ਜਿੱਥੋਂ ਨਿਕਲ ਸਕਣ ਜੀ। ਸੋ ਅੱਜ ਹਰੇਕ ਚੀਜ਼ ਤੁਸੀਂ ਵੈਰੀਫਾਈ ਕਰ ਸਕਦੇ ਹੋ, ਹਰੇਕ ਚੀਜ਼ ਇੰਟਰਨੈਟ ਤੇ ਦੇਖ ਸਕਦੇ ਹੋ। ਇਸ ਮੰਚ ਦੇ ਜ਼ਰੀਏ ਕੋਸ਼ਿਸ਼ ਕਰੀਦੀ ਹੈ ਕਿ ਹਰੇਕ ਚੀਜ਼ ਤੁਹਾਨੂੰ ਕਲੈਰਿਟੀ ਨਾਲ ਦੱਸੀ ਜਾਏ। ਜਤਿੰਦਰ ਜੀ ਵੱਖੋ ਵੱਖਰੇ ਪਲੇਟਫਾਰਮ ਜ਼ਰੀਏ ਤੁਹਾਡੇ ਨਾਲ ਕੰਟੈਕਟ ਦੇ ਵਿੱਚ ਰਹਿੰਦੇ ਨੇ, ਨੰਬਰ ਦਿਖਾਇਆ ਜਾ ਰਿਹਾ। ਜਲੰਧਰ, ਮੋਹਾਲੀ, ਕੁਰੂਕਸ਼ੇਤਰ ਇਹਨਾਂ ਦੇ ਆਫਿਸ ਨੇ। ਤੁਸੀਂ ਅਪਲਾਈ ਕਰਨਾ ਨਹੀਂ ਕਰਨਾ, ਕਿਤੋਂ ਵੀ ਕੀਤਾ ਹੋਇਆ, ਫਿਰ ਵੀ ਤੁਸੀਂ ਕੋਈ ਚੀਜ਼ ਪੁੱਛਣੀ ਤਾਂ ਇਸ ਨੰਬਰ ਦੇ ਜ਼ਰੀਏ ਗੱਲਬਾਤ ਕਰ ਸਕਦੇ ਹੋ, ਅਪਾਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ ਹੈ। ਸੋ ਬਾਅਦ ਵਿੱਚ ਕਹਿਣਾ ਵੀ ਏਜੰਟ ਨੇ ਜਾਂ ਕੰਸਲਟੈਂਟ ਨੇ ਠੱਗੀ ਕਰ ਲਈ, ਉਸ ਤੋਂ ਚੰਗਾ ਵੀ ਅੱਜ ਆਪਾਂ ਰਿਸਰਚ ਕਰ ਲਈਏ, ਅੱਜ ਆਪਾਂ ਥੋੜੇ ਜਿਹੇ ਐਫਰਟ ਕਰ ਲਈਏ ਤਾਂ ਜੋ ਜਿਹੜਾ ਇੱਕ ਸੁਪਨਾ ਪੂਰਾ ਹੋ ਸਕੇ ਜਾਂ ਪੈਸੇ ਜਿਹੜੇ ਆਪਣੇ ਬਚਾਏ ਜਾ ਸਕਣ। ਸੋ ਜਤਿੰਦਰ ਜੀ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਤੋਂ ਮੇਰੇ ਨਾਲ ਨੇ। ਆਪਾਂ USA ਦੀ ਹੁਣ ਗੱਲ ਕਰਦੇ ਹਾਂ ਵੀ ਦੁਬਾਰਾ ਜਿਹੜੀਆਂ ਅਪਾਇੰਟਮੈਂਟਸ ਮਿਲਣ ਲੱਗ ਗਈਆਂ ਨੇ। ਆਫੀਸ਼ੀਅਲੀ ਵੀ ਅਨਾਉਂਸ ਕੀਤਾ ਗਿਆ ਸੀਗਾ ਵੀ ਪਿਛਲੇ ਸਾਲ ਦੇ ਵਿੱਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਵੀਜ਼ਾ ਦਿੱਤੇ ਗਏ ਸੀ ਤੇ ਹੁਣ ਇਸ ਸਾਲ ਦੇ ਵਿੱਚ ਹੋਰ ਵੀ ਜਿਹੜਾ ਵੀਜ਼ਾ ਦੇਣ ਦਾ ਇੱਕ ਬਿਲਕੁਲ ਦੀਪ ਜੀ, ਜਿਹੜਾ ਆਪਾਂ ਲਾਸਟ ਈਅਰ ਦੀ ਗੱਲ ਕਰੀ 2021 ਦੇ ਵਿੱਚ 62000 ਕੁੱਲ ਜਿਹੜਾ ਵੀਜ਼ਾ ਉਹ ਇਸ਼ੂ ਹੈ US ਦਾ। ਇਸ ਤੋਂ ਪਹਿਲਾਂ ਜੇ ਮੈਂ 20 ਦੀ ਗੱਲ ਕਰਾਂ, ਚਲੋ ਕੋਵਿਡ ਦਾ ਟਾਈਮ ਸੀਗਾ, ਇਸ ਤੋਂ ਪਹਿਲਾਂ 19 18 17 16 ਦੀ ਗੱਲ ਕਰੀਏ ਤਾਂ ਐਵਰੇਜ ਜਿਹੜੀ 10 20 30000 ਵੀਜ਼ਾ, ਮੈਕਸਿਮਮ 30 ਤੱਕ ਵੀਜ਼ਾ ਆਉਂਦੇ ਸੀ US ਦੇ। ਬੱਚੇ ਉਦੋਂ ਵੀ ਬਹੁਤ ਅਪਲਾਈ ਕਰਦੇ ਸੀ, ਇਹ ਨਹੀਂ ਸੀ ਕਿ ਬੱਚੇ ਅਪਲਾਈ ਨਹੀਂ ਕਰਦੇ, ਬਹੁਤ ਵੀਜ਼ਾ ਅਪਲਾਈ ਹੁੰਦਾ, ਬਟ ਵੀਜ਼ਾ ਦੀ ਜਿਹੜੀ ਸਕਸੈਸ ਰੇਟ ਸੀ ਉਹ ਕਿਤੇ ਨਾ ਕਿਤੇ ਘੱਟ। ਬਟ ਅੱਜ ਦੀ ਡੇਟ 'ਚ ਸਕਸੈਸ ਰੇਟ ਬਹੁਤ ਵਧੀਆ ਹੈ। ਹੁਣ ਅੰਬੈਸੀ ਵੱਲੋਂ ਅਫੀਸ਼ੀਅਲ ਅਨਾਉਂਸਮੈਂਟ ਵੀ ਆ ਗਈ ਔਰ ਈਵਨ ਜਦੋਂ ਬੱਚਿਆਂ ਨੇ ਅਪਲਾਈ ਕਰ ਰਹੇ ਤਾਂ ਪਤਾ ਲੱਗ ਰਿਹਾ ਕਿ ਅੰਬੈਸੀ ਦੀ ਅਪਾਇੰਟਮੈਂਟ ਜਿਹੜੀਆਂ ਮਿਲਣੀਆਂ ਸਟਾਰਟ ਹੋ ਚੁੱਕੀਆਂ ਨੇ। ਔਰ ਜੁਲਾਈ ਇਨਟੇਕ ਲਈ ਤੁਸੀਂ ਔਨਵਰਡ, ਮਈ ਚੱਲ ਰਿਹਾ ਹੈ, ਜੂਨ ਦਾ ਮੰਥ ਵਿੱਚ ਹੈਗਾ, ਜੁਲਾਈ ਮੰਥ ਲਈ ਤੁਸੀਂ ਜਿਹੜੇ ਤੁਹਾਡੇ ਆਫਰ ਲੈਟਰ I-20 ਜ਼ੋਨ ਆ ਰਹੀਆਂ ਨੇ। ਔਰ ਅਸੀਂ ਜਿਹੜਾ ਬੱਚੇ ਤੋਂ ਅਪਲਾਈ ਕਰਾ ਰਹੇ US ਦੇ ਵਿੱਚ, ਅਸੀਂ ਜਿਹੜੀ ਪ੍ਰੋਫਾਈਲ ਲੈ ਰਹੇ ਹਾਂ ਬੱਚੇ ਦੀ, ਬੇਸਿਕਲੀ ਉਹਦੇ ਵਿੱਚ ਬੱਚਾ +2 ਘੱਟੋ ਘੱਟ ਪਾਸ ਹੋਣਾ ਚਾਹੀਦਾ 50% ਨੰਬਰਾਂ ਦੇ ਨਾਲ। ਇਸ ਤੋਂ ਇਲਾਵਾ ਜਿਹੜਾ ਗੈਪ ਹੈ +2 ਤੋਂ ਬਾਅਦ 5-6 ਸਾਲ ਤੱਕ ਦਾ, ਉਹ ਐਕਸੈਪਟੇਬਲ ਹੈ। ਗੈਪ ਦੇ ਵਿੱਚ ਕੋਈ ਨਾ ਕੋਈ ਤੁਹਾਡੇ ਜੌਬ ਐਕਸਪੀਰੀਅੰਸ ਹੈ, ਕੋਈ ਬਿਜ਼ਨਸ ਐਕਸਪੀਰੀਅੰਸ ਹੈ, ਕੁਝ ਵੀ ਤੁਸੀਂ ਕੀਤਾ ਹੈ, ਉਹਦੀ ਜਿਹੜੀ ਤੁਹਾਨੂੰ ਗੈਪ ਦਾ ਪ੍ਰੂਫ ਆ ਦੇਣਾ ਪੈਣਾ। ਬਿਨਾਂ ਤੁਸੀਂ ਪ੍ਰੂਫ ਦਿੱਤੇ ਗੈਪ ਜਿਹੜਾ ਉਹ ਜਸਟੀਫਾਈ ਤੁਹਾਨੂੰ ਕਰਨਾ ਪੈਣਾ। ਇਸ ਤੋਂ ਇਲਾਵਾ ਗ੍ਰੈਜੂਏਸ਼ਨ ਕੀਤੀ ਹੈ 10 ਤੋਂ 15 ਸਾਲ ਦਾ ਗੈਪ ਆ, ਐਕਸੈਪਟੇਬਲ ਹੈ, ਤੁਸੀਂ ਜਾ ਸਕਦੇ ਹੋ। +2 ਤੋਂ ਬਾਅਦ ਬੈਚਲਰ ਡਿਗਰੀ ਐਡਮਿਸ਼ਨ ਕਰਵਾ ਰਹੇ ਹਾਂ, ਬੈਚਲਰ ਤੋਂ ਬਾਅਦ ਮਾਸਟਰ ਡਿਗਰੀ ਐਡਮਿਸ਼ਨ ਕਰਵਾ ਰਹੇ ਹਾਂ, ਚੰਗੀਆਂ ਯੂਨੀਵਰਸਿਟੀ 'ਚ ਭੇਜ ਰਹੇ ਹਾਂ ਤੁਹਾਨੂੰ, ਜਿੱਦਾਂ ਦੀ ਯੂਨੀਵਰਸਿਟੀ ਦੀ ਰੈਪੂਟੇਸ਼ਨ ਹੈਗੀ ਆ, ਵੀਜ਼ਾ ਜਿੰਨੀ ਯੂਨੀਵਰਸਿਟੀ ਦੇ ਲੱਗਦੇ ਨੇ। ਔਰ ਖਾਸ ਗੱਲ ਕੀ, ਅਸੀਂ ਫੀਸ ਦੇ ਉੱਤੇ ਬੜਾ ਰਿਸਰਚ ਕੀਤੀ ਹੈ ਕਿ ਅਸੀਂ ਉਹ ਯੂਨੀਵਰਸਿਟੀ ਬੱਚੇ ਨੂੰ ਭੇਜਿਆ ਜਿਨ੍ਹਾਂ ਦੀ ਫੀਸ ਹੈ ਜਿਹੜੀ ਉਹ 10 ਤੋਂ 12 ਲੱਖ ਸਾਲ ਦੀ ਹੈ, ਤਾਂ ਕਿ ਬੱਚਾ ਜਾ ਕੇ ਈਜ਼ੀਲੀ ਅਰਨ ਕਰਕੇ ਉੱਥੇ ਪੜ੍ਹ ਸਕੇ।
ਕਿਉਂਕਿ ਅੱਜ ਜਿਹੜੇ ਬੱਚੇ ਅਸੀਂ ਭੇਜਾਂਗੇ ਉਹ ਜਾ ਕੇ ਪੜ੍ਹਨਗੇ, ਉਹਨਾਂ ਦਾ ਟਰੈਕ ਰਿਕਾਰਡ ਵਧੀਆ ਬਣੂਗਾ, ਤਾਂ ਹੀ ਆਉਣ ਵਾਲੇ ਸਮੇਂ ਦੇ ਲਈ ਬੱਚਿਆਂ ਲਈ ਵੀਜ਼ੇ ਖੁੱਲੇ ਰਹਿਣਗੇ। ਵੀਜ਼ੇ ਬੰਦ ਕਦੋਂ ਹੁੰਦੇ ਆ? ਜਦੋਂ ਬੱਚੇ ਉੱਥੇ ਇਲੀਗਲ ਹੋਣਾ ਸਟਾਰਟ ਹੋ ਜਾਂਦੇ ਆ। ਸੋ ਅੱਜ USA ਚੰਗੀ ਆਪਸ਼ਨ ਦੇ ਰਿਹਾ ਹੈ ਕਿ ਤੁਸੀਂ 2 ਸਾਲ ਦੀ ਸਟੱਡੀ ਤੋਂ ਬਾਅਦ ਵੀ 3 ਸਾਲ ਦਾ ਵਰਕ ਪਰਮਿਟ ਹੈ, 3 ਸਾਲ ਦੀ ਸਟੱਡੀ ਤੋਂ ਬਾਅਦ ਵੀ 2 ਸਾਲ ਦਾ ਵਰਕ ਪਰਮਿਟ ਹੈ, ਇੱਥੋਂ ਤੁਹਾਨੂੰ 5 ਸਾਲ ਦਾ ਵੀਜ਼ਾ ਜਿਹੜਾ ਲੱਗ ਕੇ ਜਾਣਾ। ਇੱਕ ਸਿਰਫ 2 ਤੋਂ 3 ਮਿੰਟ ਦਾ ਇੰਟਰਵਿਊ ਹੈ ਜਿਹਦੇ ਨਾਲ ਤੁਹਾਡੀ ਮੈਂ ਕਹੂੰਗਾ ਕਿ ਪੂਰੀ ਜ਼ਿੰਦਗੀ ਤਬਦੀਲ ਹੋ ਜਾਣੀ ਹੈ। ਉਹਦਾ ਰੀਜ਼ਨ ਹੈ ਅਪਲਾਈ ਕੀਤਾ ਤੁਸੀਂ, ਤੁਹਾਡੀ I-20 ਆਉਂਦੀ ਹੈ, ਸਰਵਿਸ ਫੀਸ ਭਰਵਾਈ, ਐਮਬੈਸੀ ਫੀਸ ਭਰਵਾਈ, ਐਮਬੈਸੀ ਦੀ ਅਪਾਇੰਟਮੈਂਟ ਲਈ, ਇੱਕ ਦਿਨ ਬਾਇਓਮੈਟ੍ਰਿਕ ਹੋਏ, ਅਗਲੇ ਦਿਨ ਇੰਟਰਵਿਊ ਲਈ ਗਏ, 2 ਤੋਂ 3 ਮਿੰਟ ਦੇ ਸਵਾਲ ਜਵਾਬ ਤੁਹਾਡੇ ਹੁੰਦੇ ਆ ਅੰਬੈਸੀ ਅਫਸਰ ਦੇ ਨਾਲ, ਸਵਾਲ ਤੁਹਾਡੇ ਤੋਂ ਕੀਤੇ ਜਾਂਦੇ ਆ, ਜਵਾਬ ਤੁਸੀਂ ਦੇਣੇ ਆ, ਔਰ ਖਾਸ ਗੱਲ ਜਵਾਬ ਇੰਗਲਿਸ਼ 'ਚ ਦੇਣੇ ਆ। ਇੰਗਲਿਸ਼ ਦੀ ਪ੍ਰੈਪਰੇਸ਼ਨ ਕਰਨੀ ਪੈਣੀ ਹੈ। ਇੰਟਰਵਿਊ ਦੀ ਪ੍ਰੈਪਰੇਸ਼ਨ ਤੁਹਾਨੂੰ ਅਸੀਂ ਖੁਦ ਵੀ ਕਰਵਾਵਾਂਗੇ, ਤੁਹਾਨੂੰ ਆਪ ਵੀ ਜ਼ੋਰ ਲਾਉਣਾ ਪੈਣਾ ਹੈ। ਔਰ ਕਈ ਵਾਰੀ ਇਹ ਬੜੀ ਅਫਵਾਹ ਹੈ ਕਿ ਤੁਸੀਂ ਇੰਟਰਵਿਊ ਜਿਹੜੀ ਮਰਜ਼ੀ ਲੈਂਗੁਏਜ 'ਚ ਦੇ ਦਿਓ। ਉਹ ਇਹਦੇ ਵਿੱਚ ਆਪਸ਼ਨ ਹੁੰਦਾ ਕਿ ਜਦੋਂ ਤੁਸੀਂ ਟੂਰਿਸਟ ਵੀਜ਼ਾ ਲਈ ਜਾਂਦੇ ਹੋ, ਵਿਜ਼ਟਰ ਲਈ ਜਾਂਦੇ ਹੋ, ਉਦੋਂ ਕੋਈ ਵੀ ਲੈਂਗੁਏਜ ਚੂਜ਼ ਕਰ ਸਕਦੇ ਹੋ, ਬਟ ਜੇ ਤੁਸੀਂ ਸਟੱਡੀ ਵੀਜ਼ਾ ਲਈ ਜਾਣਾ ਹੈ ਤਾਂ ਤੁਹਾਨੂੰ ਇੰਗਲਿਸ਼ 'ਚ ਇੰਟਰਵਿਊ ਦੇਣਾ ਮਸਟ ਹੈ। ਸੋ ਖਰਚੇ ਦੀ ਜੇ ਆਪਾਂ ਕੁਲਦੀਪ ਦੀ ਗੱਲ ਤੇ ਆਉਂਦੇ ਹਾਂ, ਜੇ ਸਾਲ ਦੀ ਜਿਹੜੀ ਯੂਨੀਵਰਸਿਟੀ ਦੀ ਫੀਸ ਹੈ 10 ਤੋਂ 12 ਲੱਖ ਜਿਵੇਂ ਮੈਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਜਦੋਂ ਅਪਲਾਈ ਕਰਨਾ ਤੁਸੀਂ, ਤੁਹਾਡਾ ਕੁੱਲ 49,500 ਰੁਪਇਆ, ਯਾਨੀ ਕਿ 49,500 ਰੁਪਇਆ ਤੁਸੀਂ ਪਹਿਲਾਂ ਸਾਨੂੰ ਪੇ ਕਰਨਾ ਹੈ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਖਰਚਾ ਪ੍ਰੋਫਾਈਲ ਦਾ ਨਹੀਂ ਹੈਗਾ। ਇਸੇ 49,500 ਦੇ ਵਿੱਚ ਤੁਹਾਡੀ ਐਮਬੈਸੀ ਫੀਸ, ਤੁਹਾਡੀ ਸਰਵਿਸ ਫੀਸ, ਤੁਹਾਡੀ I-20 ਫੀਸ, ਸਾਰਾ ਕੁਝ ਇਨਕਲੂਡ ਹੈ। ਤੁਸੀਂ ਕੋਈ ਵੀ ਐਕਸਟਰਾ ਪੈਸਾ ਨਹੀਂ ਦੇਣਾ, ਕੋਈ ਐਮਬੈਸੀ ਫੀਸ ਦੇ ਨਾਂ ਤੇ, ਕੋਈ ਅਪਾਇੰਟਮੈਂਟ ਬੁਕਿੰਗ ਦੇ ਨਾਮ ਤੇ, ਕੋਈ ਇੰਟਰਵਿਊ ਪ੍ਰੀਪਰੇਸ਼ਨ ਦੇ ਨਾਮ ਤੇ, ਕੋਈ ਡਾਕੂਮੈਂਟਸ ਦੇ ਨਾਮ ਤੇ, ਕੋਈ ਵੀ ਪੈਸਾ ਤੁਸੀਂ ਨਹੀਂ ਦੇਣਾ, ਕੋਈ ਅਸੈਸਮੈਂਟ ਦੇ ਨਾਮ ਤੇ। ਸੋ ਬਾਕੀ ਦੇ ਜਿਹੜੇ ਸਾਰੇ ਪੈਸੇ ਨੇ, ਜਿਹੜੀ ਤੁਹਾਡੀ ਕਾਲਜ ਦੀ ਫੀਸ ਆ, ਸਾਡੀ ਕੰਸਲਟੈਂਸੀ ਹੈ ਜਾਂ ਯੂਨੀਵਰਸਿਟੀ ਦੀ ਫੀਸ ਆ, ਤੁਸੀਂ ਦੇਣੀ ਹੈ ਵੀਜ਼ਾ ਲੱਗਣ ਤੋਂ ਬਾਅਦ। ਸੋ ਪਹਿਲਾਂ ਸਿਰਫ ਔਰ ਸਿਰਫ 49,500 ਰੁਪਏ ਦੇ ਵਿੱਚ ਤੁਸੀਂ USA ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਜੁਲਾਈ ਇਨਟੇਕ ਦੇ ਲਈ। ਜੇਕਰ ਤੁਸੀਂ +2 ਪਾਸ ਹੈ, ਕੋਈ IELTS, ਕੋਈ PT, ਕੋਈ ਡਿਊਲਿੰਗੋ, ਕਿਸੇ ਵੀ ਟੈਸਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਜੀ। ਅੱਛਾ, ਕਾਫੀ ਬੱਚੇ ਨਾ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਜਾਂ +2 ਕੀਤੀ ਸੀ, 3-4 ਸਾਲ ਦਾ ਗੈਪ ਪੈ ਗਿਆ, ਇੰਗਲਿਸ਼ ਬਹੁਤ ਵਧੀਆ, ਕੋਈ ਕੰਮ ਇੱਦਾਂ ਦਾ ਜਾਂ ਜੌਬ ਕਰਨ ਲੱਗ ਗਏ ਕਿ ਇੰਗਲਿਸ਼ ਫਲੂਐਂਟ ਹੋ ਗਈ, ਇੰਟਰਵਿਊ ਦੇ ਸਕਦੇ ਨੇ, ਉਹ ਬੱਚੇ ਗੈਪ ਦੇ ਨਾਲ ਅਪਲਾਈ ਕਰ ਸਕਦੇ ਨੇ? ਬਿਲਕੁਲ ਕੁਲਦੀਪ ਜੀ, ਗ੍ਰੈਜੂਏਸ਼ਨ ਤੋਂ ਬਾਅਦ 10 ਤੋਂ 15 ਸਾਲ ਦਾ ਗੈਪ ਐਕਸੈਪਟੇਬਲ ਹੈ। +2 ਕੀਤੀ ਹੈ, 4-5-6 ਸਾਲ ਦਾ ਗੈਪ ਹੈ, ਐਕਸੈਪਟੇਬਲ ਹੈ। ਤੁਹਾਡੇ ਕੋਲ ਜਸਟੀਫਿਕੇਸ਼ਨ ਹੋਣੀ ਲਾਜ਼ਮੀ ਹੈ, ਤੁਸੀਂ ਜਸਟੀਫਿਕੇਸ਼ਨ ਜ਼ਰੂਰ ਦੇਣੀ ਹੈ। ਬਟ ਓਵਰਆਲ ਜੇ ਮੈਂ ਗੱਲ ਕਰਾਂ ਕੁਲਦੀਪ ਜੀ, ਗੈਪ ਵਾਲੇ ਬੱਚੇ ਦਾ ਕੋਈ ਵੀ ਕਿਸੇ ਕੰਟਰੀ ਲਈ ਅਪਲਾਈ ਕਰਦਾ, ਤੁਹਾਡੇ ਕੋਲ ਗੈਪ ਦੀ ਜਸਟੀਫਿਕੇਸ਼ਨ ਹੋਏ ਨਾ ਤਾਂ ਕੋਈ ਮੈਟਰ ਨਹੀਂ ਕਰਦਾ, ਤੁਹਾਡੇ ਕੋਲ ਗੈਪ ਹੈ, ਤੁਸੀਂ ਅਪਲਾਈ ਕਰ ਸਕਦੇ। ਸਾਡੇ ਕੋਲ UK ਦੇ ਵੀਜ਼ਾ ਆ ਰਹੇ ਨੇ, ਰੀਸੈਂਟਲੀ ਅਸੀਂ ਕੋਮਲਪ੍ਰੀਤ ਦਾ ਵੀਜ਼ਾ ਅਪਲੋਡ ਕੀਤਾ, ਉਹਦੇ ਵਿੱਚ 10 ਸਾਲ ਦਾ ਉਹਦਾ ਕੁੜੀ ਦਾ ਗੈਪ ਹੈ ਆਫਟਰ ਗ੍ਰੈਜੂਏਸ਼ਨ। ਸੋ ਉਹਦਾ ਵੀਜ਼ਾ ਆ, ਉਹਦੇ ਬੱਚੇ ਦਾ ਵੀ ਨਾਲ ਆਇਆ, ਉਹਦੇ ਹਸਬੈਂਡ ਦਾ ਵੀ ਨਾਲ ਵੀਜ਼ਾ ਆਇਆ ਹੈ। ਇਸ ਤੋਂ ਇਲਾਵਾ +2 ਤੋਂ ਬਾਅਦ ਗੱਲ ਕਰੀਏ, +2 ਤੋਂ ਬਾਅਦ ਅਸੀਂ ਪਿੱਛੇ ਵੀਜ਼ਾ ਇੱਕ ਪਾਇਆ ਸੀਗਾ ਕੁੜੀ ਦਾ ਪ੍ਰਭਜੋਤ ਦਾ, ਉਹਦਾ +2 ਤੋਂ ਬਾਅਦ 7 ਸਾਲ ਦਾ ਸਟੱਡੀ ਦਾ ਗੈਪ ਸੀ, ਉਸ ਬੱਚੇ ਦਾ ਵੀ ਵੀਜ਼ਾ ਆਇਆ। ਸੋ ਗੈਪ ਨਹੀਂ ਮੈਟਰ ਕਰਦਾ, ਮੈਟਰ ਕਰਦਾ ਤੁਸੀਂ ਗੈਪ ਦੇ ਦੌਰਾਨ ਕੀਤਾ ਗਿਆ, ਤੁਹਾਡੇ ਕੋਲ ਡਾਕੂਮੈਂਟ ਤੁਹਾਡੇ ਪ੍ਰੋਪਰ ਸਹੀ ਨੇ, ਵੈਰੀਫਾਈ ਹੁੰਦੇ ਨੇ, ਤਾਂ ਤੁਸੀਂ ਗੈਪ ਦੇ ਨਾਲ ਕਿਸੇ ਵੀ ਕੰਟਰੀ ਦਾ ਵੀਜ਼ਾ ਲੈ ਸਕਦੇ ਹੋ। ਔਰ USA ਦਾ ਅੱਜ ਇੰਨੇ ਘੱਟ ਖਰਚੇ ਦੇ ਵਿੱਚ ਜਿਹੜਾ ਆਪਸ਼ਨ ਹੈ, ਇੱਕ ਬੱਚੇ ਨੂੰ ਹੋਰ ਵੀ ਡਾਊਟ ਹੈ ਕਿ ਪਹਿਲਾਂ ਤਾਂ 49,500 ਹੀ ਦੇਣਾ, ਤਾਂ ਬਾਅਦ ਚ ਕਿੰਨੇ ਪੈਸੇ ਦੇਣੇ, ਕਿ ਬਾਅਦ ਚ 15 ਲੱਖ ਜਾਂ 20 ਲੱਖ ਤਾਂ ਨਹੀਂ। ਅੱਜ ਇਹ ਵੀ ਹੋ ਰਿਹਾ ਮਾਰਕੀਟ 'ਚ ਕਿ ਤੁਸੀਂ ਪਹਿਲਾਂ ਕੁਝ ਵੀ ਨਹੀਂ ਦੇਣਾ, ਬਾਅਦ ਚ 20 ਲੱਖ ਦੇਣਾ। ਸੋ ਪਹਿਲਾਂ ਤੁਸੀਂ 49,500 ਦੇਣਾ, ਬਾਅਦ ਤੁਹਾਡੀ ਜਿਹੜੀ ਯੂਨੀਵਰਸਿਟੀ ਦੀ ਫੀਸ ਹੈ, ਚਾਹੇ ਉਹ ਸਮੈਸਟਰ ਦੀ ਹੈ ਚਾਹੇ ਸਾਲ ਦੀ ਹੈ, ਉਹ ਤੁਹਾਡੇ ਤੇ ਡਿਪੈਂਡ ਕਰਨਾ ਤੁਸੀਂ ਕਿੰਨੀ ਪੇ ਕਰਨੀ ਹੈ। 6 ਮਹੀਨੇ ਜਿਹੜੀ ਮਿਨੀਮਮ ਦੀ ਫੀਸ ਹੈ ਕੁਲਦੀਪ ਜੀ, 4 ਤੋਂ 5 ਲੱਖ ਦੀ ਫੀਸ ਹੈ ਤੁਹਾਨੂੰ ਜਿਹੜੀ ਪੇ ਕਰਨੀ ਪੈਣੀ ਹੈ। ਵੀਜ਼ਾ ਆਉਣ ਤੋਂ ਬਾਅਦ ਜਾਂ ਡਿਪੈਂਡ ਕਰਦਾ, ਕਈ ਵਾਰੀ ਯੂਨੀਵਰਸਿਟੀ ਟਰੈਵਲ ਤੋਂ ਬਾਅਦ ਵੀ ਅਲਾਉ ਕਰ ਦਿੰਦੀ ਹੈ, ਤੁਸੀਂ ਉਹ ਫੀਸ, ਉਹ ਬੱਚੇ ਨੇ ਆਪ ਹੀ ਫੀਸ ਪੇ ਕਰਨੀ ਹੈ। ਤੁਸੀਂ ਉਹ ਫੀਸ ਜਿਹੜੀ USA ਪਹੁੰਚ ਕੇ ਵੀ ਪੇ ਕਰ ਸਕਦੇ ਹੋ। ਅਸੀਂ ਸਿਰਫ ਤੁਹਾਡੇ ਕੋਲ ਆਪਣੀ ਕੰਸਲਟੈਂਸੀ ਲੈਣੀ ਹੈ, ਉਸ ਤੋਂ ਇਲਾਵਾ ਅਸੀਂ ਕੋਈ ਵੀ ਪੈਸਾ ਕਿਸੇ ਚੀਜ਼ ਦਾ ਤੁਹਾਡੇ ਤੋਂ ਚਾਰਜ ਨਹੀਂ ਕਰਨਾ। ਸੋ ਸਿਰਫ ਔਰ ਸਿਰਫ 49,500। ਔਰ ਇੱਕ ਤੁਹਾਡਾ ਸਾਨੂੰ ਟਾਈਮ ਜ਼ਰੂਰ ਚਾਹੀਦਾ ਹੈ ਕਿ ਤੁਸੀਂ ਅਪਲਾਈ ਕਰਨਾ। I-20 ਤੁਹਾਨੂੰ ਅਸੀਂ 10 ਦਿਨ ਚ ਦੇ ਦੇਣੀ ਹੈ, ਅਪਾਇੰਟਮੈਂਟ ਤੁਹਾਨੂੰ 2 ਦਿਨ ਚ ਚੱਕ ਕੇ ਦੇ ਦੇਣੀ ਹੈ। ਟਾਈਮ ਸਾਨੂੰ ਕਿਸ ਚੀਜ਼ ਲਈ ਚਾਹੀਦਾ? ਤੁਹਾਡਾ ਇੰਟਰਵਿਊ ਪ੍ਰੈਪਰੇਸ਼ਨ ਲਈ, ਉਹਦੇ ਲਈ ਸਾਨੂੰ ਤੁਹਾਡਾ ਟਾਈਮ ਚਾਹੀਦਾ ਹੈ ਕਿ ਤੁਹਾਨੂੰ ਪ੍ਰਪੇਅਰ ਕਰ ਸਕੇ, ਤੁਹਾਨੂੰ ਪ੍ਰੋਪਰ ਇੱਕ ਰਾਬਤਾ ਤੁਹਾਡੇ ਯੂਨੀਵਰਸਿਟੀ ਦੇ ਜਿਹੜੇ ਸਾਡੇ ਕੋਲੇ ਜਿਹੜੇ ਆਪਸ਼ਨਸ ਹੈਗੇ ਕਿਵੇਂ ਕਰਾਉਂਦੇ ਆ ਅਸੀਂ, ਉਹਦੇ ਵਿੱਚ ਅਸੀਂ ਯੂਨੀਵਰਸਿਟੀ ਜਿਹੜੇ ਡੈਲੀਗੇਟਸ ਹੈਗੇ ਨੇ ਖੁਦ ਬੱਚੇ ਨੂੰ ਪ੍ਰੈਪਰੇਸ਼ਨ ਕਰਾਉਂਦੇ। ਯੂਨੀਵਰਸਿਟੀ ਵੱਲੋਂ ਕੁਐਸਚਨਰੀ ਦਿੱਤੀ ਜਾਂਦੀ ਹੈ ਕਿ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਣੇ ਆ। ਹੁਣ ਮੈਂ ਉਹ 10 ਕੁਐਸਚਨ ਜਾਂ 20 ਕੁਐਸਚਨ ਨਹੀਂ ਤਿਆਰ ਕਰ ਸਕਦਾ ਕਿ ਜਿਹੜੇ ਤੁਹਾਨੂੰ ਐਮਬੈਸੀ ਅਫਸਰ ਨੇ ਪੁੱਛਣੇ ਆ। ਹੋ ਸਕਦਾ ਐਮਬੈਸੀ ਉਹਨਾਂ 10-20 ਦੇ ਵਿੱਚੋਂ ਕੋਈ 2 ਪੁੱਛ ਲਿਆ, 3 ਪੁੱਛ ਲਿਆ, 1 ਪੁੱਛ ਲੇ। ਈਵਨ ਸਾਡੇ ਬੱਚੇ ਦਾ ਵੀਜ਼ਾ, ਬੱਚੇ ਤੋਂ ਸਿਰਫ ਨਾਮ, ਪਲੇਸ ਆਫ ਬਰਥ ਔਰ ਜਿਹੜੀ ਸਿਟੀ ਉਹਨੇ ਪੜਨ ਜਾਣਾ ਹੈ, ਇਹ 3 ਚੀਜ਼ਾਂ ਪੁੱਛੀਆਂ ਗਈਆਂ। ਬੱਚੇ ਵੱਲੋਂ ਕੌਨਫੀਡੈਂਟਲੀ ਜਵਾਬ ਦਿੱਤੇ ਗਏ, ਬੱਚੇ ਦਾ ਵੀਜ਼ਾ ਬੱਚੇ ਦੇ ਹੱਥ। US ਦੇ ਵਿੱਚ ਹੋਰ ਬੜੀ ਵਧੀਆ ਗੱਲ ਹੈ, ਤੁਹਾਡਾ ਔਨ ਟਾਈਮ ਡਿਸੀਜਨ ਹੈ, ਤੁਹਾਨੂੰ ਕੋਈ ਵੇਟ ਨਹੀਂ ਕਰਨੀ ਪੈਣੀ। ਤੁਸੀਂ ਅਪਲਾਈ ਕੀਤਾ, ਬਾਇਓਮੈਟ੍ਰਿਕ ਹੋਏ, ਨੈਕਸਟ ਡੇ ਤੁਸੀਂ ਇੰਟਰਵਿਊ ਲਈ ਪ੍ਰੈਜ਼ੈਂਟ ਉੱਤੇ ਹੋਏ, ਤੁਹਾਡਾ ਇੰਟਰਵਿਊ ਹੋਇਆ, ਜੇ ਤੁਹਾਡਾ ਵੀਜ਼ਾ ਆਉਣਾ ਤਾਂ ਪਾਸਪੋਰਟ ਤੁਹਾਡਾ ਲੈ ਲਿਆ ਜਾਣਾ, ਨਹੀਂ ਆਉਣਾ ਐਟ ਦੇ ਸੇਮ ਟਾਈਮ ਤੁਹਾਨੂੰ ਵਾਪਸ ਦੇ ਦਿੱਤਾ ਜਾਂਦਾ। ਇੱਕ ਹੋਰ ਵੀ ਆਪਸ਼ਨ ਹੈ ਕੁਲਦੀਪ, ਜਿਹਦੇ ਵਿੱਚ ਬੜੀ ਵਧੀਆ ਗੱਲ ਹੈ, ਕਿਤੇ ਨਾ ਕਿਤੇ ਕਈ ਵਾਰੀ ਕੋਈ ਬੱਚਾ ਇੱਥੋਂ ਇੰਟਰਵਿਊ ਲਈ ਜਾਂਦਾ ਹੈ, ਉਹ ਪ੍ਰਪੇਅਰ ਹੁੰਦਾ ਪਰ ਉਹ ਘਬਰਾ ਜਾਂਦਾ ਕਿਸੇ ਗੱਲ ਤੋਂ, ਇੰਟਰਵਿਊ ਕਲੀਅਰ ਨਹੀਂ, ਚਲੋ ਵੀਜ਼ਾ ਨਹੀਂ ਹੈ, ਬੱਚਾ ਸੋਚਦਾ ਦੁਬਾਰਾ ਮੈਂ ਕਦੋਂ ਅਪਲਾਈ ਕਰੂੰਗਾ, ਦੁਬਾਰਾ ਕਿਵੇਂ ਅਪਲਾਈ ਕਰੂੰਗਾ। ਇਹ ਗੱਲ ਮੇਰੇ ਧਿਆਨ 'ਚ ਤਾਂ ਇੱਕ ਬੱਚੇ ਦੀ ਕੱਲ ਕਾਲ ਆਈ ਸੀ, ਕਹਿੰਦਾ ਸਰ ਤੁਹਾਨੂੰ ਮਿਲਣਾ ਹੈ। ਸੋ ਮਿਲਣ ਦੇ ਲਈ ਬੱਚਾ ਜਲੰਧਰ ਆਫਿਸ ਸੀਗਾ, ਕੱਲ ਮੈਂ ਮੇਰੇ ਕੋਲ ਆਇਆ। ਬੱਚੇ ਦਾ ਸਵਾਲ ਸੀਗਾ ਕਿ
ਸਰ ਮੈਂ ਇੰਟਰਵਿਊ ਦਿੱਤੀ ਸੀ US ਦੀ, ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਹੁਣ 6 ਮਹੀਨੇ ਸਰ ਹੋ ਗਏ ਉਸ ਰਿਫਿਊਜ਼ ਹੋਏ ਨੂੰ, ਕਿ ਹੁਣ ਮੈਂ ਦੁਬਾਰਾ ਇੰਟਰਵਿਊ ਦੇ ਸਕਦਾ? ਉਹਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਤੁਹਾਡੀ ਜਿਹੜੀ ਇੱਕ ਸਰਵਿਸ ਫੀਸ ਹੁੰਦੀ ਹੈ, ਜੇ ਤੁਸੀਂ ਇੱਕ ਯੂਨੀਵਰਸਿਟੀ ਲਈ ਸਰਵਿਸ ਫੀਸ ਜਮ੍ਹਾਂ ਕਰਾਉਂਦੇ ਹੋ ਤਾਂ ਉਹ 1 ਸਾਲ ਦੇ ਲਈ ਵੈਲਿਡ ਹੁੰਦੀ ਹੈ। ਤੁਸੀਂ ਜਿੰਨੀ ਵਾਰੀ ਮਰਜ਼ੀ ਚਾਹੋ ਇੰਟਰਵਿਊ ਦੇ ਸਕਦੇ ਹੋ। ਇਹਦੇ ਵਿੱਚ ਇਹ ਲਿਮਿਟੇਸ਼ਨ ਨਹੀਂ ਕਿ ਤੁਸੀਂ ਇੱਕ ਵਾਰੀ ਦੇਣਾ, ਦੂਜੀ ਵਾਰੀ 6 ਮਹੀਨੇ ਬਾਅਦ ਦੇਣਾ। ਜੇ ਤੁਸੀਂ ਸਾਲ ਬਾਅਦ 6 ਮਹੀਨੇ ਤੁਸੀਂ ਦੇ ਹੀ ਨਹੀਂ ਸਕਦੇ, ਸਰਵਿਸ ਫੀਸ ਦੁਬਾਰਾ ਭਰਨੀ ਪੈਣੀ ਹੈ। ਸੋ ਇੱਕ ਸਰਵਿਸ ਫੀਸ ਤੁਹਾਡੀ 1 ਸਾਲ ਲਈ ਵੈਲਿਡ ਹੁੰਦੀ ਹੈ। 1 ਸਾਲ ਦੇ ਦੁਬਾਰਾ ਤੁਸੀਂ ਕਦੀ ਵੀ ਇੰਟਰਵਿਊ ਦੇ ਸਕਦੇ ਹੋ। ਇਹ ਨਹੀਂ ਕਿ ਇੱਕ ਵਾਰੀ ਵੀਜ਼ਾ ਨਹੀਂ ਹੁੰਦਾ ਤਾਂ ਦੁਬਾਰਾ ਤੁਹਾਡਾ ਵੀਜ਼ਾ ਨਹੀਂ ਆ ਸਕਦਾ। ਜੇ ਤੁਹਾਡਾ ਕਿਤੋਂ ਰਿਫਿਊਜ਼ਲ ਵੀ ਹੈ US ਦਾ ਤਾਂ ਤੁਸੀਂ ਤਾਂ ਵੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ। ਤੁਹਾਡੇ ਕੋਲ I-20 ਆਲਰੇਡੀ ਆਈ ਹੋਈ ਹੈ, ਅਪਾਇੰਟਮੈਂਟ ਕਰਕੇ ਪਰੇਸ਼ਾਨ ਹੋ ਤਾਂ ਵੀ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ। I-20 ਸਰਵਿਸ ਫੀਸ, ਐਮਬੈਸੀ ਫੀਸ ਸਭ ਕੁਝ ਭਰੀ ਬੈਠੇ ਹੋ। ਸਾਡੇ ਕੋਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸੋਚਦੇ ਹੋ ਕਿ ਉਹਦੇ 'ਚ ਖਰਚਾ ਲੱਗੂਗਾ। ਤੁਹਾਡੇ ਕੋਲ I-20 ਹੈਗੀ, ਸਰਵਿਸ ਫੀਸ ਹੈਗੀ, ਐਮਬੈਸੀ ਫੀਸ ਤੁਸੀਂ ਭਰੀ ਹੋਈ ਹੈ, ਤਾਂ ਤੁਸੀਂ ਤਾਂ ਬਿਨਾਂ 49,500 ਦਿੱਤੇ ਵੀ ਸਾਡੇ ਕੋਲ US ਦੀ ਜਿਹੜੀ ਫਾਈਲਿੰਗ ਹੈ ਉਹ ਕਰਵਾ ਸਕਦੇ ਹੋ। ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਜੀ, ਸੋ ਇਹ ਸਾਰੀਆਂ ਚੀਜ਼ਾਂ ਨੋਟ ਕਰਿਆ ਕਰੋ, ਇਹਨਾਂ ਨੂੰ ਡਿਟੇਲ ਦੇ ਵਿੱਚ ਰਿਸਰਚ ਕਰਿਆ ਕਰੋ, ਪੁੱਛਿਆ ਕਰੋ। ਨੰਬਰ ਇਸੇ ਲਈ ਦਿਖਾਏ ਜਾਂਦੇ ਨੇ ਵੀ ਸਿੱਧੀ ਗੱਲਬਾਤ ਕਰਕੇ ਤੁਸੀਂ ਹਰੇਕ ਚੀਜ਼ ਨੂੰ ਡਿਟੇਲ ਦੇ ਵਿੱਚ ਜਾਣ ਸਕੋ, ਆਪਣੀ ਪ੍ਰੋਫਾਈਲ ਦੇ ਬਾਰੇ ਗੱਲਬਾਤ ਕਰ ਸਕੋ। ਆਸਟ੍ਰੇਲੀਆ ਦੇ ਵਿੱਚ ਕਾਫੀ ਜਿਹੜਾ ਪਿਛਲਾ 3-4 ਮਹੀਨੇ ਤਾਂ ਜੇ ਮੈਂ ਕਹਾਂ ਤਾਂ ਕਾਫੀ ਜਿਹੜਾ ਹਾਰਡ ਟਾਈਮ ਰਿਹਾ ਸੀਗਾ। ਵੀਜ਼ਾ ਬੱਚਿਆਂ ਦੇ ਬਹੁਤ ਰਿਜੈਕਟ ਹੋਏ ਜਾਂ ਬਹੁਤ ਲੇਟ ਕੀਤੇ ਗਏ ਜਾਂ ਹੋਰ ਵੀ ਬੜੀਆਂ ਪਰੇਸ਼ਾਨੀਆਂ ਆਈਆਂ। ਹੁਣ ਕਿੱਦਾਂ ਦਾ ਸੁਣਨ ਚ ਆ ਰਿਹਾ ਵੀ ਵੀਜ਼ਾ ਜਿਹੜਾ ਦੁਬਾਰਾ ਸਮੂਥਲੀ ਹੁਣ ਆਉਣ ਲੱਗ ਗਿਆ? ਬਿਲਕੁਲ ਕੁਲਦੀਪ ਜੀ, ਸਾਡੇ ਰੀਸੈਂਟ ਅਸੀਂ ਵੀਜ਼ਾ ਜਿਹੜੇ ਅਪਲੋਡ ਵੀ ਕੀਤੇ ਆ, ਸਾਡੇ 6-7 ਵੀਜ਼ਾ ਆਇਆ ਜਿਹੜੇ ਬੱਚੇ 2020 ਪਾਸ ਆਊਟ ਜਿਨ੍ਹਾਂ ਦੀ ਫਾਈਲਾਂ ਲੱਗੀਆਂ 3-3 ਮਹੀਨੇ ਹੋ ਚੁੱਕੇ ਸੀ। ਸੋ ਆਸਟ੍ਰੇਲੀਆ ਅੱਜ ਟਾਈਮ ਪ੍ਰੋਸੈਸ ਦੀ ਜੇ ਮੈਂ ਗੱਲ ਕਰਾਂ, ਐਮਬੈਸੀ ਦੇ ਵਿੱਚ 2 ਤੋਂ 3 ਮੰਥ ਦਾ ਸਮਾਂ ਜਿਹੜਾ ਉਹ ਵੀਜ਼ਾ ਆਉਣ ਨੂੰ ਲੱਗ ਰਿਹਾ। ਬਟ ਇਹ ਨਹੀਂਗਾ ਕਿ ਵੀਜ਼ਾ ਘੱਟ ਆ ਰਹੇ ਨੇ, ਵੀਜ਼ਾ ਆ ਨਹੀਂ ਰਹੇ। ਵੀਜ਼ਾ ਦੀ ਜਿਹੜੀ ਪਰਸੈਂਟੇਜ ਜੋ ਮੈਂ ਕਹੂੰਗਾ ਜਿਹੜੀ ਡਿਗਰੀ ਦੇ ਵਿੱਚ 100% ਵੀਜ਼ਾ ਆ ਰਹੇ ਨੇ, ਸਾਰੇ ਦੇ ਸਾਰੇ ਵੀਜ਼ਾ ਨਿਕਲ ਰਹੇ 100%। ਮੈਂ ਤਾਂ ਕਿਹਾ ਕਿ ਸਾਡੀ ਜਿਹੜੀ ਰੇਟ ਇਸ ਵਾਰੀ ਰਹੀ ਹੈ ਉਹ 100% ਦੀ ਰਹੀ ਹੈ ਜਿਹੜੀ ਇਸ ਇਨਟੇਕ ਦੀ ਰਹੀ ਹੈ। ਸੋ ਤੁਸੀਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ, 2020 ਪਾਸ ਆਊਟ ਹੋ, ਤਾਂ ਤੁਹਾਡੇ ਲਈ ਅਕਤੂਬਰ ਇਨਟੇਕ ਲਾਸਟ ਇਨਟੇਕ ਹੈ। ਇਸ ਤੋਂ ਬਾਅਦ ਤੁਸੀਂ ਅਪਲਾਈ ਨਹੀਂ ਕਰ ਸਕਦੇ। ਸੋ ਅਕਤੂਬਰ ਇਨਟੇਕ ਲਈ ਤੁਸੀਂ ਹੁਣੇ ਅਪਲਾਈ ਕਰ ਸਕਦੇ ਹੋ। ਤੁਹਾਡੇ ਓਵਰਆਲ ਜੇਕਰ ਤੁਸੀਂ ਡਿਗਰੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, +2 ਕੀਤੀ ਹੋਈ ਹੈ, 60% ਨੰਬਰ ਤੁਹਾਡੇ ਕੋਰ ਸਬਜੈਕਟ ਦੇ ਵਿੱਚ ਹੈਗੇ ਨੇ, ਤਾਂ ਤੁਸੀਂ ਡਿਗਰੀ 'ਚ ਅਪਲਾਈ ਕਰ ਸਕਦੇ ਹੋ। ਓਵਰਆਲ ਬੈਂਡ ਸਕੋਰ 6 ਹੈ, ਕਿਸੇ ਇੱਕ ਮੋਡਿਊਲ 'ਚ 5.5 ਹੈ ਤਾਂ ਈਜ਼ੀਲੀ ਅਪਲਾਈ ਕਰ ਸਕਦੇ ਹੋ। ਮਾਸਟਰ ਡਿਗਰੀ ਲਈ ਜਾਣਾ ਚਾਹੁੰਦੇ ਇੱਥੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਓਵਰਆਲ ਬੈਂਡ ਸਕੋਰ 6.5 ਹੈ, ਕਿਸੇ ਮੋਡਿਊਲ 'ਚ 6 ਤੋਂ ਘੱਟ ਨਹੀਂਗਾ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਆਸਟ੍ਰੇਲੀਆ ਦਾ ਵੀਜ਼ਾ। ਹਾਂ, ਜੇ ਤੁਸੀਂ ਡਿਪਲੋਮਾ 'ਚ ਜਾਣਾ ਚਾਹੁੰਦੇ ਹੋ, ਘੱਟ ਬੈਂਡ ਸਕੋਰ ਹੈ, 5.5 ਬੈਂਡ ਸਕੋਰ ਹੈ, ਕਿਸੇ ਮੋਡਿਊਲ 'ਚ 5 ਤੋਂ ਘੱਟ ਨਹੀਂ ਹੈਗਾ, ਪਰਸੈਂਟੇਜ ਓਵਰਆਲ ਤੁਹਾਡੀ 50% ਹੈ, ਤਾਂ ਤੁਸੀਂ ਡਿਪਲੋਮਾ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਔਰ ਡਿਪਲੋਮਾ ਦੇ ਵਿੱਚ ਸਕਸੈਸ ਰੇਟ ਕਿਤੇ ਨਾ ਕਿਤੇ ਡਿਗਰੀ ਨਾਲੋਂ ਘੱਟ ਹੁੰਦੀ ਹੈ, ਬਟ ਅੱਜ ਦੀ ਡੇਟ 'ਚ ਵੈਟ ਸੈਕਟਰ ਦੇ ਜਿਹੜੇ ਵੀਜ਼ਾ ਨੇ ਉਹ ਵਧੀਆ ਆ ਰਹੇ ਨੇ। ਜੇਕਰ ਆਪਾਂ ਅਸੈਸਮੈਂਟ ਲੈਵਲ 1 ਦੇ ਕਾਲਜ ਦੇ ਵਿੱਚ ਵੀਜ਼ਾ ਤੁਹਾਡਾ ਅਪਲਾਈ ਕਰਦੇ ਤਾਂ ਚੰਗੇ ਵੀਜ਼ਾ ਨਿਕਲਦੇ ਆ। ਸੋ +2 ਕੀਤੀ ਹੋਈ ਹੈ, 20 ਜਾਂ 21 ਪਾਸ ਆਊਟ, 50% ਤੁਹਾਡੇ ਨੰਬਰ ਹੈਗੇ, 5.5 ਬੈਂਡ ਹੈਗੇ, ਤਾਂ ਤੁਸੀਂ ਆਸਟ੍ਰੇਲੀਆ ਡਿਪਲੋਮਾ ਲਈ ਅਪਲਾਈ ਕਰ ਸਕਦੇ ਹੋ। +2 20 21 ਪਾਸ ਆਊਟ ਹੋ, ਓਵਰਆਲ 6 ਬੈਂਡ ਨੇ, ਕਿਸੇ ਤਰੀਕੇ ਦਾ ਕੋਈ ਗੈਪ ਨਹੀਂ ਹੈਗਾ, ਤਾਂ ਤੁਸੀਂ ਡਿਗਰੀ ਲਈ ਅਪਲਾਈ ਕਰ ਸਕਦੇ ਹੋ। ਔਰ ਜੇ ਗ੍ਰੈਜੂਏਸ਼ਨ ਕੀਤੀ ਹੈ, 6.5 ਬੈਂਡ ਨੇ, 6 ਤੋਂ ਘੱਟ ਨਹੀਂ ਹੈਗੇ, PT 58 ਨੇ, 52 ਤੋਂ ਘੱਟ ਨਹੀਂ ਹੈਗੇ। ਸਪਾਊਸ ਨਾਲ ਜਾਣਾ ਚਾਹੁੰਦੇ ਹੋ, 5-7 ਸਾਲ ਦਾ 10 ਦਾ ਗੈਪ ਵੀ ਹੈ, ਤਾਂ ਗ੍ਰੈਜੂਏਸ਼ਨ ਤੋਂ ਬਾਅਦ ਗੈਪ ਵੀ ਤੁਹਾਡਾ ਐਕਸੈਪਟੇਬਲ ਹੈ, ਤੁਸੀਂ ਗੈਪ ਦੇ ਨਾਲ ਵੀ ਜਿਹੜਾ ਵੀਜ਼ਾ ਹੈ ਅਪਲਾਈ ਕਰ ਸਕਦੇ ਹੋ। ਇੱਕ ਹੋਰ ਜ਼ਰੂਰੀ ਜਿਹੜੀ ਗੱਲ ਬੱਚਿਆਂ ਲਈ ਕਿ ਜੇਕਰ ਤੁਹਾਡੇ ਸਪਾਊਸ ਦੀ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਤਾਂ ਵੀ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਮੈਰਿਜ ਤੁਹਾਡੀ ਪੁਰਾਣੀ ਨਹੀਂ ਹੈਗੀ, ਨਵੀਂ ਹੈ, ਰੀਸੈਂਟ ਮੈਰਿਜ ਹੈ, ਤਾਂ ਵੀ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਇਹ ਨਹੀਂਗਾ ਕਿ ਮੈਰਿਜ ਨਵੀਂ ਅਪਲਾਈ ਨਹੀਂ ਕਰ ਸਕਦੇ, ਸਪਾਊਸ ਪੜ੍ਹਿਆ ਲਿਖਿਆ ਨਹੀਂ ਤਾਂ ਅਪਲਾਈ ਨਹੀਂ ਕਰ ਸਕਦੇ। ਇਹ ਦੋਨਾਂ ਸ਼ਰਤਾਂ ਜੇ ਤੁਸੀਂ ਨਹੀਂ ਵੀ ਪੂਰੀਆਂ ਕਰਦੇ ਤਾਂ ਵੀ ਤੁਸੀਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੈ ਸਕਦੇ ਹੋ। ਜੀ, ਸੋ ਸਮਾਂ ਖਤਮ ਹੋਣ ਕਰਕੇ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪਏਗਾ। ਸ਼ੁਕਰੀਆ ਸਰ, ਸ਼ੁਕਰੀਆ, ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ ਪ੍ਰੋਗਰਾਮ ਨੂੰ ਦੇਖ ਰਹੇ ਸੀਗੇ। ਉਹ ਦਰਸ਼ਕ ਜਿਹੜੇ ਆਪਣੇ ਸਵਾਲ ਸਾਡੇ ਕੋਲ ਭੇਜਦੇ ਨੇ, ਉਹ ਸਵਾਲ ਜ਼ਰੀਆ ਬਣਦੇ ਨੇ ਇਸ ਪ੍ਰੋਗਰਾਮ ਨੂੰ ਲੜੀਵਾਰ ਅੱਗੇ ਤੋਰਨ ਦਾ। ਸੋ ਨੰਬਰ ਦਿਖਾਇਆ ਜਾ ਰਿਹਾ ਹੈ, ਐਡਰੈਸ ਦੱਸੇ ਜਾ ਰਹੇ ਨੇ। ਐਜੂਕੇਸ਼ਨ ਅਬਰੋਡ ਕੰਸਲਟੈਂਟਸ ਦੇ ਦਫ਼ਤਰ ਮੋਹਾਲੀ, ਕੁਰੂਕਸ਼ੇਤਰ ਤੇ ਜਲੰਧਰ ਦੇ ਵਿੱਚ ਨੇ, ਜਿੱਥੇ ਵਿਜ਼ਿਟ ਕਰਕੇ ਤੁਸੀਂ ਸਰਵਿਸਿਜ਼ ਲੈ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ। ਜਾਂਦੇ ਜਾਂਦੇ ਕੁਝ ਬੱਚਿਆਂ ਨੂੰ ਮਿਲਦੇ ਜਿਨ੍ਹਾਂ ਦੇ ਰੀਸੈਂਟਲੀ ਵੀਜ਼ਾ ਆਏ ਨੇ, ਕੀ ਕਹਿਣਾ ਉਹ ਬੱਚਿਆਂ ਦਾ, ਆਓ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲਪ੍ਰੀਤ ਕੌਰ, ਸ਼ਹਿਰ ਬੰਗਾ ਤੋਂ। ਅੱਜ ਐਜੂਕੇਸ਼ਨ ਅਬਰੋਡ ਦੀ ਹੈਲਪ ਨਾਲ ਮੇਰਾ, ਮੇਰੇ ਹਸਬੈਂਡ ਦਾ ਤੇ ਮੇਰੇ ਬੇਟੇ ਦਾ UK ਦਾ ਵੀਜ਼ਾ, ਮੇਰਾ ਸਟੂਡੈਂਟ ਵੀਜ਼ਾ ਤੇ ਇਹਨਾਂ ਦੋਨਾਂ ਦਾ ਡਿਪੈਂਡੈਂਟ ਵੀਜ਼ਾ ਅਸੀਂ ਪਿਛਲੇ 2 ਸਾਲ ਤੋਂ ਟਰਾਈ ਕਰ ਰਹੇ ਸੀ। ਸਾਰੇ ਏਜੰਟਸ ਨੇ ਸਾਨੂੰ ਮਨਾ ਕਰ ਦਿੱਤਾ ਸੀ। ਥੈਂਕਫੁਲੀ ਇਹਨਾਂ ਦੀ ਅਸਿਸਟੈਂਸ ਨਾਲ ਸਾਡਾ ਹੁਣ ਵੀਜ਼ਾ ਆ ਗਿਆ ਹੈ। ਵਿਦਿਨ 6 ਡੇਜ਼ ਸਾਡਾ ਤਿੰਨਾਂ ਦਾ ਵੀਜ਼ਾ ਆ ਗਿਆ ਹੈ। ਐਂਡ ਮੋਰਓਵਰ ਮੇਰੇ ਹਸਬੈਂਡ ਦਾ ਇੰਗਲੈਂਡ ਵੱਲੋਂ 10 ਸਾਲ ਦਾ ਬੈਨ ਲੱਗਾ ਸੀ 2008 'ਚ। ਉਹਦੇ ਬਾਵਜੂਦ ਅੱਜ ਸਾਨੂੰ ਵੀਜ਼ਾ ਮਿਲ ਗਿਆ ਤੇ ਅਸੀਂ ਵਿਦਿਨ ਫਿਊ ਡੇਜ਼ ਪੂਰੀ ਫੈਮਿਲੀ UK ਟਰੈਵਲ ਕਰ ਰਹੇ ਹਾਂ। ਐਂਡ ਕੋਈ ਵੀ ਜਿਹੜੇ ਪਰੇਸ਼ਾਨ ਨੇ ਵੀਜ਼ਾ ਜਾਂ ਇਮੀਗ੍ਰੇਸ਼ਨ ਪਰਪਸਿਸ ਨੂੰ ਲੈ ਕੇ, ਜੋ ਚਾਹੁੰਦੇ ਨੇ ਕਿ ਉਹ ਆਪਣੀ ਫੈਮਿਲੀ ਨਾਲ UK ਸਟੱਡੀ ਵੀਜ਼ਾ ਤੇ ਜਾ ਸਕਣ, ਉਹ ਪਲੀਜ਼ ਇੱਕ ਵਾਰੀ ਐਜੂਕੇਸ਼ਨ ਅਬਰੋਡ ਨੂੰ ਜ਼ਰੂਰ ਕੰਸਲਟ ਕਰਨ।
ਐਂਡ ਇਹ ਬਹੁਤ ਵਧੀਆ ਤੁਹਾਡੀਆਂ ਪ੍ਰੋਬਲਮਸ ਨੂੰ ਸਮਝਦੇ ਆ ਤੇ ਹਰ ਇੱਕ ਚੀਜ਼ 'ਚ ਤੁਹਾਨੂੰ ਬਹੁਤ ਵਧੀਆ ਤਰ੍ਹਾਂ ਅਸਿਸਟ ਕਰਦੇ ਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਰਿਤ, ਮੈਂ ਬੰਗਾ ਤੋਂ ਬਿਲੋਂਗ ਕਰਦਾ ਹਾਂ ਤੇ ਮੇਰਾ ਵੀਜ਼ਾ ਐਜੂਕੇਸ਼ਨ ਅਬਰੋਡ ਨੂੰ 2008 ਦੇ ਬੈਨ ਦੇ ਹੋਣ ਦੇ ਬਾਵਜੂਦ ਵੀ ਲੈ ਦਿੱਤਾ ਹੈ। ਮੇਰੀ ਵਾਈਫ ਤੇ ਮੇਰਾ ਬੇਟਾ ਅਸੀਂ ਟਰੈਵਲ ਕਰ ਰਹੇ ਹਾਂ ਯੂਕੇ ਦੇ, ਤੇ ਜੇ ਤੁਸੀਂ ਵੀ ਆਪਣਾ ਫਿਊਚਰ ਸੈੱਟ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਇਹਨਾਂ ਦੇ ਆਫਿਸ ਵਿਜ਼ਿਟ ਕਰੋ। मेरा नाम मीशा देवी है, मैं पेवा कुरुक्षेत्र से बिलोंग करती हूँ। मैंने 2016 में बीटेक की थी, उसके बाद मेरा गैप था। मैंने एजुकेशन अब्रॉड कंसल्टेंट से संपर्क किया, वहाँ पे अमरजीत सर ने मेरे को यूके के लिए गाइड किया। थोड़े से दिन बाद मेरा वीज़ा आ गया, उसके लिए मैं एजुकेशन अब्रॉड का बहुत बहुत धन्यवाद करना चाहूँगी।